ਅਸੀਂ 43 ਪੌੜੀਆਂ ਦੀ ਵਿਚਾਰ ਪਿਛਲੀਆਂ ਕਥਾ ਵਿਚਾਰ ਰਾਹੀਂ ਕਰ ਚੁੱਕੇ ਹਾਂ। ਅੱਜ 44ਵੀਂ ਪੌੜੀ ਤੋਂ ਵਿਚਾਰ ਆਰੰਭ ਹੋਏਗੀ। 43ਵੀਂ ਪੌੜੀ ਵਿੱਚ ਗੁਰੂ ਪਾਤਸ਼ਾਹ ਜੀ ਨੇ ਸਿੱਧਾਂ ਵੱਲੋਂ ਪੁੱਛੇ ਹੋਏ ਪ੍ਰਸ਼ਨ ਦਰਜ ਕੀਤੇ ਹਨ। ਕੱਲ ਅਸੀਂ ਉਹ ਸਾਰੇ ਪ੍ਰਸ਼ਨਾਂ ਦੀ ਵਿਚਾਰ ਕੀਤੀ ਸੀ। ਕਿਹੜੇ ਸਵਾਲ ਪੁੱਛੇ? ਪਹਿਲਾ ਸਵਾਲ ਸਿੱਧਾਂ ਵੱਲੋਂ ਜੋ ਪੁੱਛਿਆ ਗਿਆ ਉਹ ਸੀ, ਮਹਾਰਾਜ ਮੁੱਢ ਦੀ ਗੱਲ ਪੁੱਛੀ ਵੀ ਮੂਲ ਕੌਣ ਹੈ। ਇੱਥੋਂ ਇਹ ਗੱਲ ਸਪਸ਼ਟ ਨਹੀਂ ਹੁੰਦੀ ਵੀ ਕਿਹੜਾ ਮੂਲ ਦੀ ਗੱਲ ਕਰ ਰਹੇ ਹਨ। ਸੰਸਾਰ ਦੇ ਉਤਪਤੀ ਦੀ ਗੱਲ ਕਰ ਰਹੇ ਹਨ। ਸਿੱਧਾ ਨੇ ਕੀ ਸਵਾਲ ਪੁੱਛਿਆ? ਬਸ ਇੰਨਾ ਸਵਾਲ ਹੈ। ਮੂਲ ਦਾ ਅਰਥ ਮੁੱਢ ਹੁੰਦਾ ਹੈ। ਫਿਰ ਅਗਲਾ ਸਵਾਲ ਸੀ, ਕਿਹਦੀ ਮੱਤ ਲੈਣ ਦਾ ਇਹ ਸਮਾਂ ਮਨੁੱਖਾ ਜਨਮ ਹੈ। ਤੇਰਾ ਗੁਰੂ ਕੌਣ ਹੈ? ਤੂੰ ਕਿਸ ਦਾ ਚੇਲਾ ਹੈ? ਕਿਹੜੀਆਂ ਗੱਲਾਂ ਨੇ ਤੈਨੂੰ ਨਿਰਾਲਾ ਕਰ ਦਿੱਤਾ, ਤੈਨੂੰ ਨਿਆਰਾਪਨ ਬਖਸ਼ਿਆ? ਤੂੰ ਇਸ ਸੰਸਾਰ ਦੇ ਵਿੱਚੋਂ ਰਹਿੰਦਿਆਂ ਹੋਇਆ ਵੀ ਨਿਰਲੇਪ ਕਿਵੇਂ ਹੈ? ਸਿੱਧ ਕਹਿੰਦੇ, ਇਹ ਬਾਲਕ ਨਾਨਕ, ਸਾਨੂੰ ਦੱਸ, ਇਹ ਗੱਲ ਸਾਡੀ ਧਿਆਨ ਨਾਲ ਸੁਣ ਤੇ ਸਾਨੂੰ ਇਹਨਾਂ ਗੱਲਾਂ ਦੇ ਜਵਾਬ ਦੇ। ਵੀ ਸ਼ਬਦ ਸੰਸਾਰ ਭਵਜਲ ਤੋਂ ਕਿਵੇਂ ਮਨੁੱਖ ਨੂੰ ਪਾਰ ਕਰ ਸਕਦਾ ਹੈ। ਤੁਸੀਂ ਬਾਰ-ਬਾਰ ਇਹ ਗੱਲ ਆਖਦੇ ਹੋ ਕਿ ਸ਼ਬਦ ਰਾਹੀਂ ਹੀ ਸੰਸਾਰ ਭਵਜਲ ਤੋਂ ਪਾਰ ਹੋਈਦਾ ਹੈ, ਤੇ ਸੰਸਾਰ ਸਮੁੰਦਰ ਤੋਂ ਪਾਰ ਕਰਨ ਦੇ ਸਮਰੱਥ ਸ਼ਬਦ ਹੈ। ਤੇ ਸ਼ਬਦ ਕੀ ਹੈ? ਇਹ ਕਿਹੜਾ ਢੰਗ ਹੈ? ਅਸੀਂ ਬੜਾ ਕੁਝ ਸੁਣਿਆ, ਹੋਰ ਮਤ ਸੁਣੇ, ਮਤਾਂਤਰ ਸੁਣੇ, ਉਦਾਸੀਆਂ ਦੀ ਸੁਣੀਆਂ, ਕੋਈ ਤਪੀਆਂ ਦੀਆਂ ਗੱਲਾਂ ਸੁਣੀਆਂ, ਕਈ ਸੰਪਰਦਾਵਾਂ ਦੀਆਂ ਗੱਲਾਂ ਸੁਣੀਆਂ, ਪਰ ਇਹ ਸ਼ਬਦ ਦੀ ਗੱਲ ਸਾਡੇ ਗਿਆਨ ਵਿੱਚ ਨਹੀਂ ਹੈ। ਇਹ ਸ਼ਬਦ ਕੀ ਹੈ ਤੇ ਸ਼ਬਦ ਦੇ ਨਾਲ ਕਿਵੇਂ ਸੰਸਾਰ ਭਵਜਲ ਤੋਂ ਪਾਰ ਹੋ ਜਾਈਦਾ ਹੈ? ਇਹ ਕੁਝ ਸਵਾਲ ਸਨ ਜਿਹੜੇ ਸਿੱਧਾ ਨੇ ਕੱਲ ਦੀ 43ਵੀਂ ਪੌੜੀ ਵਿੱਚ ਪੁੱਛੇ। 44ਵੀਂ ਪੌੜੀ ਵਿੱਚ ਗੁਰੂ ਸਾਹਿਬ ਜੀ ਨੇ ਉਹਨਾਂ ਸ਼ਬਦਾਂ ਦੇ, ਉਹਨਾਂ ਪੁੱਛੇ ਹੋਏ ਸਵਾਲਾਂ ਦੇ ਪੂਰੇ ਜਵਾਬ ਇੱਥੇ ਦਿੱਤੇ ਹਨ। 44ਵੀਂ ਪੌੜੀ ਸਿੱਧ ਗੋਸ਼ਟ ਦੀ ਸਮਝਣ ਵਾਲੀ ਵੀ ਹੈ, ਵਿਚਾਰ ਵੀ ਮੰਗਦੀ ਹੈ, ਔਰ ਇੱਕ ਅੱਖਰ ਦੇ ਵਿੱਚੋਂ ਬੜਾ ਡੂੰਘਾ ਜਿਹਾ ਗੱਲਾਂ ਸਮਝ ਆਉਂਦੀਆਂ ਹਨ। ਆਮ ਤੌਰ ਦੇ ਉੱਤੇ ਜਦੋਂ ਅਸੀਂ ਇਹ ਪ੍ਰਮਾਣ ਆਮ ਵਰਤਦੇ ਹਾਂ, ਸ਼ਬਦ ਗੁਰੂ ਦੀ ਗੱਲ ਕਰਨ ਲੱਗੇ ਹਾਂ, ਇਹ ਪ੍ਰਮਾਣ ਪ੍ਰਚਾਰਕ ਸ਼੍ਰੇਣੀ, ਤੁਸੀਂ ਸਾਰੇ ਹੀ, ਇਹ ਪ੍ਰਮਾਣ ਸਾਡੀ ਉਸੇ ਵੇਲੇ ਦਿਮਾਗ ਵਿੱਚ ਆ ਜਾਂਦਾ ਹੈ। ਪਰ ਜਦੋਂ ਵਿਚਾਰ ਕਰਨ ਦੀ ਗੱਲ ਹੋਵੇ, ਸਮਝਣ ਦੀ ਗੱਲ ਹੋਵੇ, ਤਾਂ ਇਹਦਾ ਕੁਝ ਭਾਵ ਬੜਾ ਡੂੰਘਾ ਜਿਹਾ ਨਿਕਲਦਾ ਹੈ। ਜਿਹੜੀ ਅਸੀਂ ਇੱਕ ਸਰਸਰੀ ਦੀ ਗੱਲ ਲੈ ਕੇ ਸ਼ਬਦ ਗੁਰੂ ਦੀ ਗੱਲ ਕਰਕੇ ਬਸ ਅੱਗੇ ਨੂੰ ਤੁਰ ਪੈਂਦੇ ਹਾਂ, ਭਾਵ ਇਹਦਾ ਬੜਾ ਡੂੰਘਾ ਜਿਹਾ ਹੈ। ਹੁਣ ਗੁਰੂ ਨਾਨਕ ਦੇਵ ਮਹਾਰਾਜ ਸਿੱਧਾ ਵੱਲੋਂ ਪੁੱਛੇ ਹੋਏ ਸਵਾਲਾਂ ਦੇ ਉੱਤਰ ਦੇ ਰਹੇ ਹਨ, ਤੇ ਸੂਝ ਬੜੇ ਹੀ ਸਿਆਣਪ, ਬੜੇ ਹੀ ਉੱਚ ਪੱਧਰੇ, ਬੜੇ ਹੀ ਸੁਲਝੇ ਹੋਏ ਢੰਗ ਨਾਲ, ਔਰ ਬੜੇ ਹੀ ਡੂੰਘੇ ਉੱਤਰ ਹਨ ਜਿਹੜੇ ਗੁਰੂ ਨਾਨਕ ਪਾਤਸ਼ਾਹ ਗੁਰੂ ਬਾਬੇ ਨੇ ਦਿੱਤੇ ਹਨ। ਸਿੱਧਾ ਦਾ ਪਹਿਲਾ ਸਵਾਲ ਸੀ, ਮੂਲ ਕੀ ਹੈ, ਮੁੱਢ ਕੀ ਹੈ। ਪਰ ਗੁਰੂ ਨਾਨਕ ਪਾਤਸ਼ਾਹ ਨੇ ਮੂਲ ਦੀ ਥਾਂ ਤੇ ਲਫ਼ਜ਼ ਆਰੰਭ ਵਰਤਿਆ ਹੈ। ਦੇਖੋ, ਕਵਨ ਮੂਲ
ਕਵਨ ਮਤ ਵੇਲਾ। ਪਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਕਹਿੰਦੇ ਪਵਨ ਆਰੰਭ, ਇੱਥੇ ਮੂਲ ਲਫ਼ਜ਼ ਨਹੀਂ ਵਰਤਿਆ। ਆਰੰਭ ਤੇ ਮੂਲ ਵਿੱਚ ਫਰਕ ਹੈ। ਮੂਲ ਪਰਮੇਸ਼ਰ ਹੈ, ਮੂਲ ਪਰਮੇਸ਼ਰ ਹੈ, ਪਰਮਾਤਮਾ ਹੈ। ਇੱਥੇ ਗੁਰੂ ਸਾਹਿਬ ਜੀ ਨੇ ਜਿਹੜੀ ਪਵਨ ਦੀ ਗੱਲ ਕੀਤੀ, ਪਵਨ ਆਰੰਭ ਦੀ ਗੱਲ ਕੀਤੀ, ਇਸ ਪੌੜੀ ਨੂੰ ਪਹਿਲਾਂ ਆਪਾਂ ਖਿਆਲ ਨਾਲ ਪੜ੍ਹੀਏ, ਫਿਰ ਇਸ ਤੋਂ ਬਾਅਦ ਆਪਾਂ ਅੱਗੇ ਦੀ ਵਿਚਾਰ ਕਰਦੇ ਹਾਂ, ਤਦ ਕਿ ਸਾਨੂੰ ਇਹ ਚੰਗੀ ਤਰ੍ਹਾਂ ਸਮਝ ਆ ਜਾਏ ਕਿ ਗੁਰੂ ਸਾਹਿਬ ਜੀ ਨੇ ਇਹਦੇ ਜਵਾਬ ਕਿਸ ਢੰਗ ਨਾਲ ਦਿੱਤੇ ਹਨ। ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਕਥ ਕਥਾ ਲੈ ਰਹੂੰ ਨਰਾਲਾ, ਨਾਨਕ ਜੁਗ ਜੁਗ ਗੁਰ ਗੋਪਾਲਾ। ਏਕ ਸ਼ਬਦ ਜਿਤ ਕਥਾ ਵਿਚਾਰੀ, ਗੁਰਮੁਖ ਹੋਮੈ ਅਗਨ ਨਿਵਾਰੀ। ਏਕ ਸ਼ਬਦ ਜਿਤ ਕਥਾ ਵਿਚਾਰੀ, ਗੁਰਮੁਖ ਹੋਮੈ ਅਗਨ ਨਿਵਾਰੀ। तो सतगुरु जी ने इस पौड़ी का आरंभ किया है पवन आरंभ। सतगुर मत वेला। कहने लगे सिद्धो, इस मनुख की जिंदगी का आरंभ पवन तो हुंदा है। जीवन का आरंभ पवन नाल है, पर पवन तो पहला भी कोई चीज सी। पवन तो पहला को मूल होर सी जिसने पवन नू बनाया है। मूल उप बनाने वाला है ते मनुखा जीवन की हस्ती का आरंभ जिहड़ा है वह पवन तो हुंदा है। बड़ी डूंगी गल सी जे गुरु पातशाह इत्थे इन्ना ही जवाब दिंदे जी पवन मूल है, तो फिर गुरु अगों अगले सवाल खड़े हो जाते। मूल केवल इको ही है, मूल दो नहीं हैं। मूल केवल इको है, वो मूल है परमेश्वर। दुनिया के सारे धार्मिक ग्रंथां दा दूजा दा मूल जो है ये गल कहते परमेश्वर है। विचार करके देख लो, जिहड़ा सूक्ष्म रूप विच भी है, अस्थूल रूप विच भी है। सुखमणी दी बाणी विच आपां एक लफ्ज पढ़दे हां, वेद पुराण सिमरत बूझै मूल, जे ए बुझ लवे कि सूक्ष्म मैं जाने अस्थूल। भी सूक्ष्म भी है ते अस्थूल भी है, दो रूप हैं उसके परमेश्वर दे। ਜਿਹੜੇ ਉਸ ਦੇ ਮੂਲ ਨੂੰ ਪਹਿਚਾਨ ਲੈਂਦੇ ਹਨ ਉਹਨਾਂ ਦਾ ਵਾਸਾ ਉਸ ਮੂਲ ਵਿੱਚ ਹੋ ਜਾਂਦਾ ਹੈ ਔਰ ਉਹਨਾਂ ਦੇ ਅੰਦਰ ਸੁਖ ਵਰਤ ਜਾਂਦਾ ਹੈ। ਗੁਰੂ ਦੇ ਸ਼ਬਦ ਦੀ ਕਿਰਪਾ ਨਾਲ ਉਹਨਾਂ ਦਾ ਹਿਰਦੇ ਦਾ ਕਵਲ ਰੂਪੀ ਫਿਲ ਖੜਾਓ ਵਿੱਚ ਆ ਜਾਂਦਾ ਹੈ।
और अंदरों हौमे की कंध टुट जाती है। ਜਿਹੜੇ मूल की पछाण कर लेंदे ਹਨ। गुरु अमरदास महाराज ने इस मूल की पहचान करने वालियां दा वर्णन किया। मूल पछानन तिन निज घर वासा। जिन्हां ने मूल पछाण लिया उन्हां दा वासा अपने निज घर विच हो गया। फिर होया कि सहजे ही सुख हुई। आत्मक अडोलता विच जुड़ के टिक के उन्हां दा अंदर सुखी हो गया। गुर कै शब्द कमल परगासिया। गुरु दे शब्द नाल हिरदे दा कमल रूपी फुल खड़ा विच आ गया। हौमे दुरमत खोई और हौमे दी भैड़ी दुरमत जिहड़ी सी वो मुक गई। जद तक हौमे सी उदों तक वो नहीं सी। पर आरंभ की है? आरंभ परमेश्वर ने आप किया। गुरु नानक देव महाराज ने जिहड़ा ने मूल नूं नहीं बुझिया उसे भुलेखे विच पै गए। संसार नूं बनाउण वाला कोई होर है, चलाउण वाला कोई होर है और संसार नूं खत्म करने वाला कोई होर है। क्योंकि उन्होंने मूल की समझ नहीं आई, ना आरंभ की समझ आई। मूल ना बूझै आप ना सूझै परम व्यापी आहंग मनी। मूल बुझिया नहीं, अपने आप की पहचान नहीं हुई। भटकना विच पिया होया अंदर हंकार दियां टीसियां ते चढ़ गया। पर गुरु पातशाह कहते पिता पार ब्रह्म प्रभ धनी। मोहे निस्तारो निर्गुणी। ये मेरे वाहिगुरु मैनू मूल की समझ बख्श। मैनू ये दस ओपत परलो प्रभ ते होवै। नाश ते बनाउण वाला परमेश्वर है, मूल हो है। ये विचार हर जनी, ये विचारी हर जनी। कहते एक समझ के नूं आउंदी है जिहड़े मूल की पहचान कर लेंदे हन। जिहड़े मूल की पहचान नहीं करते केवल आरंभ दीयां गल्लां ते ही खड़े हो जाते हैं, वो परमेश्वर दे नाल कदी भी मिलाप नहीं कर सकते। जिहड़े परमेश्वर दे नाम विच रंगे रहिंदे हन उन्हां नूं मूल की समझ आउंदी है। वो समझ जाते हैं साचे ते पवना भया, पवने ते जल होए, जल ते त्रै पवन साजिया, घट घट जोत समोए। उन्होंने ये गल समझ आती है। ये भी बचन गुरु नानक देव महाराज का श्री राग विच है। साचे ने की कीता? सच्चे ने पवन मुनाई। पवन आरंभ जो सी जगत का पवन तो है। पवन क्यों है? ये गल गुरु अमरदास जी की बाणी में आप पहला भी पढ़ी सी। हर जियो गुफा अंदर रख के वाजा पवन बजाया। पवना का वाजा वजया तो शरीर का आरंभ बंतर अगे वधी। सिस मनुखा शरीर का मुढ़ पवन है पर मूल परमेश्वर है, हरि है। बनाउण वाला हरि परमेश्वर आप है, मूल पवन नहीं है। पवन तो जल बनया, जल तो त्रिभवन तीन भवनां की सिरजना हो गई। दिसदा होया पसारा होंद विच आ गया। सो परमेश्वर आप सूक्ष्म है, असूल भी है, ते पहला तत्त जो उन्हें पवन बनाया वह भी सूक्ष्म है। कभी पवन अखा ना देखी जा सकती है, कभी श्वास अंदर चलते अखा ना देख सकते हैं। बस इंस्ट्रूमेंट ला के देख सकते हैं श्वास चल रहा है। उंगल फड़ के नब्ज फड़ के देख सकते हैं श्वास चलते हैं, और वो हवा कभी देखी जा सकती है?
ਬਾਹਰ ਚਲਦੇ ਹੋਏ ਪਵਨ ਵਗਦੀ ਹੋਈ ਨੂੰ ਕਦੀ ਦੇਖ ਸਕਦੇ ਆ? ਹਾਂ, ਮੰਨ ਸਕਦੇ ਆ, ਹਵਾ ਚੱਲ ਰਹੀ ਹੈ। ਸੂਖਮ ਤਤ ਪਰਮੇਸ਼ਰ ਨੇ ਆਪ ਸੂਖਮ ਰੂਪ ਵਿੱਚ ਉਹਨੇ ਸਭ ਤੋਂ ਪਹਿਲਾਂ ਤਤ ਬਣਾਇਆ, ਪਵਨ ਆਰੰਭ, ਜਗਤ ਦਾ ਆਰੰਭ, ਮਨੁੱਖ ਦੀ ਹਸਤੀ ਦਾ ਆਰੰਭ, ਮਨੁੱਖ ਦੇ ਪ੍ਰਾਣ, ਇਹ ਪਵਨ ਹੈ। ਔਰ ਪਵਨ ਤੋਂ ਫਿਰ ਜਲ ਬਣਿਆ। ਦੇਖੋ ਪਵਨ ਤਾਂ ਜੇ ਆਪਾਂ ਸੁਭਾਅ ਕੀ ਹੈ, ਪਵਨ ਕੀ ਹੈ? ਪਵਨ ਤੋਂ ਹੀ ਬੋਲ ਬੋਲਦਾ ਹੈ। ਸ਼ਬਦ ਵੀ ਬੋਲ, ਇੱਕ ਬੋਲ ਹੈ ਜਿਹੜਾ ਪਵਨ ਤੋਂ ਚੱਲਦਾ, ਪਵਨ ਤੋਂ ਬਣਦਾ ਹੈ। ਸ਼ਬਦ ਦਾ ਜਿਹੜੀ ਬਣਤਰ ਹੈ ਉਹ ਵੀ ਪਵਨ ਤੋਂ ਹੈ ਨਾ। ਜਦ ਤੱਕ ਇਨਸਾਨ ਬੋਲਦਾ ਨਹੀਂ, ਉਹਨੂੰ ਬੋਲ ਨਹੀਂ ਬੋਲਦਾ, ਉਹਨੂੰ ਸ਼ਬਦ ਨਹੀਂ ਕਹਿੰਦੇ। ਤੋ ਬੋਲ ਦਾ ਸੁਭਾਅ ਜਿਹੜਾ, ਉਹਦਾ ਸੰਬੰਧ ਵੀ ਜਿਹੜਾ ਹੈ ਉਹ ਪਵਨ ਨਾਲ ਹੈ। ਜਿੰਨਾ ਕਿਸੇ ਦਾ ਸਾਹ ਲੰਬਾ ਹੋਵੇਗਾ ਉਨੀ ਉਹਦੀ ਹੇਕ ਜਿਹੜੀ ਹੈ ਬੋਲਣ ਦੀ ਲੰਬੀ ਹੋ ਜਾਏਗੀ। ਸੰਬੰਧ ਉਹਦੇ ਨਾਲ ਹੈ। ਤਬਲੇ, ਇਹ ਚੀਜ਼ਾਂ ਅੰਦਰੋਂ ਖੋਖਲੀਆਂ ਕਿਉਂ ਨੇ? ਕਿਉਂਕਿ ਪਵਨ ਹੈ ਜਿਹੜੀ ਅੰਦਰੋਂ ਆਵਾਜ਼ ਪੈਦਾ ਕਰਦੀ ਹੈ। ਢੋਲਕੀ ਦੇਖਦੇ ਆ, ਤਬਲੇ ਵੇਖਦੇ ਆ, ਆਪੇ ਇੰਸਟਰੂਮੈਂਟ ਦੇਖਦੇ ਆ, ਇਹ ਸਾਜ਼ ਵੇਖਦੇ ਆ। ਖੋਖਲੇ ਕਿਉਂ ਰੱਖੇ ਜਾਂਦੇ? ਆਵਾਜ਼ ਲਈ, ਪਵਨ ਲਈ। ਉਹ ਆਵਾਜ਼ ਪੈਦਾ ਕਰਦੀ ਹੈ। ਪਵਨ ਜ਼ਿੰਦਗੀ ਦਾ ਆਰੰਭ ਹੈ। ਤੇ ਗੁਰੂ ਪਾਤਸ਼ਾਹ ਨੇ ਇੱਥੇ ਮੁੱਢ ਨਹੀਂ ਕਿਹਾ। ਮੈਂ ਫਿਰ ਬਾਰ-ਬਾਰ ਬੇਨਤੀ ਕਰ ਰਿਹਾ, ਕਈ ਵਾਰੀ ਸਾਨੂੰ ਭੁਲੇਖਾ ਪੈ ਜਾਂਦਾ ਮੂਲ ਤੋਂ। ਸਿੱਧਾ ਨੇ ਸਵਾਲ ਕੀਤਾ ਸੀ, ਮੂਲ ਕੀ ਹੈ? ਮੂਲ ਪਰਮੇਸ਼ਰ ਹੈ ਤੇ ਪਵਨ ਨਾਲ ਜੀਵਨ ਦਾ ਆਰੰਭ ਹੈ। ਹਸਤੀ ਮਨੁੱਖ ਦੀ ਪਵਨ ਤੋਂ ਬਣਦੀ ਹੈ। ਪਹਿਲਾ ਜਵਾਬ ਗੁਰੂ ਸਾਹਿਬ ਜੀ ਨੇ ਸਿੱਧਾ ਦਾ ਇਹ ਦਿੱਤਾ। ਫਿਰ ਅਗਲਾ ਸੀ ਸਤਿਗੁਰ ਮਤ ਵੇਲਾ। ਕਹਿੰਦੇ ਇਹ ਵੇਲਾ ਗੁਰੂ ਦੀ ਮਤ ਲੈਣ ਲਈ ਹੈ। ਵੇਲਾ ਕਿਹੜਾ? ਮਨੁੱਖ ਦਾ ਜੀਵਨ। ਇਹ ਵੇਲਾ ਕਿਹੜਾ? ਮਨੁੱਖ ਜਨਮ। ਇਹ ਜਨਮ, ਮਨੁੱਖ ਜਨਮ ਜਿਹੜਾ ਹੈ, ਇਹ ਸਤਿਗੁਰੂ ਦੀ ਮਤ ਲੈਣ ਦਾ ਸਮਾਂ ਹੈ। ਤਾਂ ਹੀ ਉਹ ਕਹਿੰਦੇ ਭਜੋ ਗੋਬਿੰਦ ਭੂਲ ਮਤ ਜਾਓ। ਭੁਲੇਖੇ ਚ ਨਾ ਪੈ ਜਾਣਾ, ਭੁੱਲ ਨਾ ਜਾਣਾ। ਗੋਬਿੰਦ ਭਜੋ, ਪਰਮੇਸ਼ਰ ਦੀ ਬੰਦਗੀ ਕਰੋ, ਪਰਮੇਸ਼ਰ ਨੂੰ ਯਾਦ ਕਰੋ, ਕਿਉਂਕਿ ਇਹ ਸਮਾਂ ਤੈਨੂੰ ਬੜਾ ਕੀਮਤੀ ਪਰਮੇਸ਼ਰ ਨੇ ਯਾਦ ਕਰਨ ਲਈ ਮਿਲਿਆ ਹੈ। ਤੋ ਦੂਜਾ ਜਵਾਬ ਸੀ, ਪਹਿਲਾ ਸਵਾਲ ਸੀ ਮੂਲ ਕੀ ਹੈ, ਦੂਜਾ ਸੀ ਕਿਹੜੀ ਮਤ ਲੈਣ ਦਾ ਵੇਲਾ। ਤੇ ਗੁਰੂ ਸਾਹਿਬ ਜੀ ਨੇ ਉਹਦਾ ਜਵਾਬ ਦਿੱਤਾ, ਇਹ ਮਨੁੱਖਾ ਜਨਮ ਗੁਰੂ ਦੀ, ਸਤਿਗੁਰ ਦੀ ਸਿੱਖਿਆ ਲੈਣ ਦਾ ਸਮਾਂ ਹੈ। ਭਾਵ ਇਹ ਕੀਮਤੀ ਹੈ। ਮਨੁੱਖ ਬਾਕੀ ਜੂਨਾਂ ਦਾ ਸਰਦਾਰ ਕਿਉਂ ਹੈ? ਕਿਉਂਕਿ ਇਸ ਨੂੰ ਕਰਤੇ ਪੁਰਖ ਮਾਲਕ ਨੇ ਇੱਕ ਸੋਚ ਸ਼ਕਤੀ, ਵਿਵੇਕ ਬੁੱਧ ਦਿੱਤੀ ਹੈ, ਜਿਸ ਨਾਲ ਇਹ ਚੰਗੇ ਤਾਂ ਮਾੜੇ ਦੀ ਪਰਖ ਕਰ ਸਕਦਾ ਹੈ, ਔਰ ਚੰਗੇ ਤੇ ਮਾੜੇ ਦੀ ਪਰਖ ਕਰਕੇ ਨਿਰਣਾ ਕਰਨ ਦਾ ਇਹਦਾ ਸੁਭਾਅ ਹੈ। ਇਹ ਗੁਣ ਦਿੱਤਾ ਪਰਮੇਸ਼ਰ ਨੇ ਮਨੁੱਖ ਨੂੰ। ਜੇ ਮਨੁੱਖ ਚੰਗੇ ਤਾਂ ਮਾੜੇ ਦੀ ਪਰਖ ਨਹੀਂ ਕਰਦਾ ਤਾਂ ਇਹਦੇ ਵਿੱਚ ਕਸੂਰ ਦੇਣ ਵਾਲੇ ਦਾ ਨਹੀਂ, ਕਸੂਰ ਵਰਤਣ ਵਾਲੇ ਦਾ ਹੈ। ਦੇਣ ਵਾਲੇ ਦਾ ਨਹੀਂ। ਉਸਨੇ ਸਭ ਨੂੰ ਵਿਵੇਕ ਬੁੱਧ ਦਿੱਤੀ ਹੈ, ਵਰਤੋਂ ਸਾਡੇ ਹੱਥ ਵਿੱਚ ਹੈ। ਤੋ ਗੁਰੂ ਪਾਤਸ਼ਾਹ ਜੀ ਸਿੱਧਾ ਨੂੰ ਜਵਾਬ ਦਿੰਦੇ, ਬਈ ਇਹ ਮਨੁੱਖਾ ਜਨਮ ਸਮਾਂ ਹੈ ਸਤਿਗੁਰ ਦੀ ਸਿੱਖਿਆ ਲੈਣ ਦਾ। ਇਹ ਸੱਚਮੁੱਚ ਇਸ ਜਨਮ ਦੀ ਗੱਲ ਸਮਝ ਆ ਗਈ। ਅਸੀਂ ਰੋਜ਼ ਪੜ੍ਹ ਤਾਂ ਲਿਆ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ, ਕੇਵਲ ਨਾਮ ਸਰੰਜਾਮ ਲਾਗ ਭਵਜਲ, ਤਰਨ ਕੈ ਜਨਮ ਬ੍ਰਿਥਾ, ਜਾਤ ਰੰਗ ਮਾਇਆ ਕੇ। ਸੱਚਮੁੱਚ ਸਮਝ ਆ ਗਈ ਵੀ ਜਨਮ ਦੀ ਮਾਇਆ ਦੀਆਂ ਖੇਡਾਂ ਖੇਡਦਿਆਂ ਜਨਮ ਵਿਅਰਥ ਜਾ ਰਿਹਾ। ਕਿ ਸਤਿਗੁਰੂ ਦੀ ਮਤ ਲੈਣ ਦਾ ਸਮਾਂ ਤਾਂ ਸਾਨੂੰ ਸਮਝ ਆ ਚੁੱਕਾ। ਇਹ ਅੰਦਰ ਪੜਚੋਲ ਕਰਨ ਦੀ ਲੋੜ ਹੈ, ਅੰਦਰ ਦੇਖਣ ਦੀ ਲੋੜ ਹੈ। ਅਸੀਂ ਆਪਣੇ ਜੀਵਨ ਨੂੰ ਰੋਜ਼ ਪਰਖਦੇ ਰਹੀਏ ਤਾਂ ਗੁਰੂ ਦੀ ਨੇੜਤਾ ਹੋ ਜਾਂਦੀ ਹੈ। ਜੇ ਅਸੀਂ ਜੀਵਨ ਦੀ ਪਰਖ ਨਹੀਂ ਕਰਦੇ ਫਿਰ ਅਸੀਂ ਗੁਰੂ ਦੀ ਨੇੜਤਾ ਵੀ ਹਾਸਲ ਨਹੀਂ ਕਰ ਸਕਦੇ। ਪਰਖਣਾ ਪੈਂਦਾ।
ਵੀ ਕੀ ਸਾਡਾ ਜੀਵਨ ਕੁਝ ਨੇੜੇ ਹੋਇਆ, ਕੋਈ ਤਬਦੀਲੀ, ਕੋਈ ਚੇਂਜ ਆਈ ਹੈ ਗੁਰੂ ਦੀ ਗੱਲ ਕਰਦਿਆਂ ਕਰਦਿਆਂ, ਜਾਂ ਜ਼ਿੰਦਗੀ ਏਦਾਂ ਹੀ ਤੋਤਾ ਰਟਣੀ ਵਾਂਗੂ ਲੰਘ ਗਈ ਹੈ? ਇਹ ਗੱਲਾਂ ਦੇਖਣ ਦੀਆਂ ਹਨ। ਤੋ ਇਹ ਸਮਾਂ ਮਨੁੱਖਾ ਜਨਮ ਦਾ ਮਿਲਿਆ ਸਤਿਗੁਰੂ ਦੀ ਸਿੱਖਿਆ ਲੈਣ ਦਾ। ਅੱਗੇ ਸ਼ਬਦ ਗੁਰੂ ਸੁਰਤ ਧੁਨ ਚੇਲਾ, ਵੀ ਤੇਰਾ ਗੁਰੂ ਕੌਣ ਹੈ? ਹੁਣ ਇੱਥੇ ਸਿੱਧਾ ਨੂੰ ਗੁਰੂ ਮਹਾਰਾਜ ਨੇ ਫਿਰ ਜਵਾਬ ਦਿੱਤਾ ਵੀ ਮੇਰਾ ਗੁਰੂ ਸ਼ਬਦ ਹੈ। ਪਰ ਗੁਰਬਾਣੀ ਵਿੱਚ ਇੱਕ ਵਾਰੀ ਨਹੀਂ, ਬਹੁਤ ਜਗ੍ਹਾ ਦੇ ਉੱਤੇ ਇਹ ਗੱਲਾਂ ਸਾਨੂੰ ਦੱਸੀਆਂ ਗਈਆਂ, ਸਮਝਾਈਆਂ ਗਈਆਂ। ਅਸੀਂ ਪੜ੍ਹਦੇ ਹਾਂ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜਗ ਬੋਹਰਾ ਨਹੀਂ। ਅਸੀਂ ਪੜ੍ਹਦੇ ਹਾਂ ਗੱਲਾਂ। ਹੁਣ ਸਵਾਲ ਇਹ ਹੋ ਗਿਆ ਵੀ ਉਹ ਸ਼ਬਦ ਕੀ ਚੀਜ਼ ਹੈ, ਤੇ ਸ਼ਬਦ ਕਿਵੇਂ ਪਾਰ ਲੰਘਾ ਸਕਦਾ? ਜਿਹੜਾ ਉਹਨਾਂ ਦਾ ਸਵਾਲ ਸੀ ਸਿੱਧਾਂ ਦਾ, ਵੀ ਸ਼ਬਦ ਪਾਰ ਕਿਵੇਂ ਕਰ ਸਕਦਾ? ਜਨਮ ਮਰਨ ਦਾ ਤਾਣਾ ਸ਼ਬਦ ਕਿਵੇਂ ਕੱਢ ਸਕਦਾ? ਪਹਿਲੀ ਤੇ ਗੱਲ ਜਿਹੜੀ ਸੀ, ਗੁਰੂ ਨਾਨਕ ਪਾਤਸ਼ਾਹ ਜੀ ਨੇ ਪਹਿਲੀ ਪੰਕਤੀ ਵਿੱਚ ਉਹਨਾਂ ਦੇ ਦੋ ਸਵਾਲਾਂ ਦਾ ਜਵਾਬ ਦੇ ਦਿੱਤਾ। ਤੀਜਾ ਸਵਾਲ ਸੀ ਤੇਰਾ ਗੁਰੂ ਕੌਣ ਹੈ? ਕਹਿੰਦੇ ਸ਼ਬਦ। ਔਰ ਸੁਰਤ ਦਾ ਟਿਕਾਓ, ਸ਼ਬਦ ਵਿੱਚ ਸ਼ਬਦ ਜੁੜ ਜਾਣਾ, ਟਿਕ ਜਾਣਾ, ਇਹ ਗੁਰੂ ਕਾ ਸਿੱਖ ਹੈ, ਚੇਲਾ ਹੈ। ਪਰ ਇਹਦਾ ਵਿਸਥਾਰ ਥੋੜਾ ਜਿਹਾ ਆਪਾਂ ਕਰਕੇ ਵੇਖੀਏ, ਕੀ ਕਹਾਣੀ ਹੈ ਸ਼ਬਦ ਦੀ। ਸ਼ਬਦ ਹੈ ਕੀ ਚੀਜ਼? ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸ਼ਬਦ ਦੇ ਜਦੋਂ ਅਸੀਂ ਭਾਵ ਪੜ੍ਹਦੇ ਹਾਂ, ਇਹ ਸ਼ਬਦ ਕਰਤਾਰ ਲਈ ਵੀ, ਸਤਿਗੁਰਾਂ ਦੇ ਦੁਆਰਾ ਦਿੱਤੇ ਹੋਏ ਗਿਆਨ ਲਈ ਵੀ, ਕਰਤਾਰ ਦੇ ਹੁਕਮ ਲਈ ਵੀ, ਧਰਮ ਲਈ ਵੀ, ਗੁਰਮੰਤਰ ਲਈ ਵੀ, ਇਹ ਸਾਰੇ ਲਫ਼ਜ਼ ਜਿਹੜੇ ਵਰਤੇ ਗਏ ਹਨ ਸ਼ਬਦ। ਪ੍ਰੋਫੈਸਰ ਪ੍ਰੀਤਮ ਸਿੰਘ ਜੀ ਨੇ ਸਿੱਖ ਵਿਚਾਰਧਾਰਾ ਦੇ ਕਿਤਾਬ ਦੇ ਵਿੱਚ ਜਦੋਂ ਸ਼ਬਦ ਦੇ ਅਰਥ ਕੀਤੇ, ਉਹ ਲਿਖਦੇ ਆ ਵੀ ਨਿਰੰਕਾਰ ਪਰਮੇਸ਼ਰ ਇੱਕ ਖਾਸ ਦਾਤ ਦੇ ਕੇ ਕੁਝ ਪੁਰਸ਼ਾਂ ਨੂੰ ਦੁਨੀਆ ਵਿੱਚ ਭੇਜਦਾ ਹੈ। ਨਿਰੰਕਾਰ ਪਰਮੇਸ਼ਰ ਖਾਸ ਦਾਤ ਦੇ ਕੇ ਕੁਝ ਪੁਰਸ਼ਾਂ ਨੂੰ ਇਸ ਦੁਨੀਆ ਵਿੱਚ ਭੇਜਦਾ ਹੈ। ਸਿੱਖ ਧਰਮ ਵਿੱਚ ਗੁਰੂ ਸ਼ਬਦ ਇਹਨਾਂ ਪੁਰਖਾਂ ਲਈ, ਇਹਨਾਂ ਮਨੁੱਖਾਂ ਲਈ ਵਰਤਿਆ ਗਿਆ, ਜਿਨ੍ਹਾਂ ਨੂੰ ਕਰਤੇ ਪੁਰਖ ਮਾਲਕ ਨੇ ਸ਼ਬਦ ਦੀ ਦਾਤ ਦੇ ਕੇ ਨਿਰੰਕਾਰ ਨੇ ਸੰਸਾਰ ਵਿੱਚ ਭੇਜਿਆ ਸੀ। ਗੁਰੂ ਸ਼ਬਦ ਵਰਤਿਆ ਗਿਆ। ਇਹ ਪਰਮ ਪੁਰਖ ਆਪਣੀ ਹਉਮੈ ਨੂੰ ਮਾਰ ਕੇ ਨਿਰੰਕਾਰ ਨਾਲ ਭੇਦ ਹੁੰਦੇ ਹਨ। ਇਹਨਾਂ ਨੂੰ ਸੱਚ ਦਾ ਪੂਰਾ ਗਿਆਨ ਹੁੰਦਾ ਹੈ। ਇਹ ਅਟੱਲ ਸੱਚਾਈ ਦੱਸਦੇ ਹਨ, ਤੇ ਇਹ ਸਦੀਵੀ ਤੇ ਅਟੱਲ ਸੱਚਾਈ ਜਿਹੜੀ ਹੈ ਉਹਦਾ ਨਾਮ ਸ਼ਬਦ ਹੈ। ਸ਼ਬਦ ਤੇ ਗੁਰੂ ਦੀ ਸਿੱਖਿਆ ਜਿਹੜੀਆਂ ਹਨ, ਇਹ ਦੋਨੇ ਇੱਕੋ ਜਿਹੀਆਂ ਚੀਜ਼ਾਂ ਹਨ। ਇਹ ਵਿਚਾਰ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਨੇ ਆਪਣੀ ਪੁਸਤਕ ਸਿੱਖ ਵਿਚਾਰਧਾਰਾ ਉਹਦੇ ਵੀ ਦਿੱਤੇ ਹਨ। ਸਰਦਾਰ ਕਪੂਰ ਸਿੰਘ ਜੀ ਵਿਸਾਖੀ ਆਫ ਗੁਰੂ ਗੋਬਿੰਦ ਸਿੰਘ, ਉਹਨਾਂ ਦੀ ਪੁਸਤਕ ਹੈ, ਉਹਦੇ ਪੇਜ ਨੰਬਰ 333 ਤੇ ਜਦੋਂ ਸ਼ਬਦ ਦੀ ਗੱਲ ਕਰਦੇ ਹਨ, ਕਹਿੰਦੇ ਸ਼ਬਦ ਉਹ ਤੱਤ ਹੈ ਜਿਸ ਨੂੰ ਜਾਣਦਿਆਂ ਹੀ ਸੱਚ ਦੀ ਸੋਝੀ ਹੋ ਜਾਂਦੀ ਹੈ ਔਰ ਸੱਚ ਨਾਲ ਇੱਕਮਿਕ ਹੋ ਜਾਈਦਾ ਹੈ। ਸ਼ਬਦ ਆਮ ਬਾਤਾਂ ਨਹੀਂ ਹਨ, ਸ਼ਬਦ ਆਮ ਗੱਲਾਂ ਨਹੀਂ ਹਨ। ਸ਼ਬਦ ਉਹ ਤੱਤ ਹੈ ਉਸ ਜਿਸ ਨੂੰ ਜਾਣਦਿਆਂ ਹੀ ਸੱਚ ਦੀ ਸੋਝੀ ਹੁੰਦੀ ਹੈ ਔਰ ਸੱਚੇ ਦੇ ਨਾਲ ਇੱਕਮਿਕ ਹੋ ਜਾਈਦਾ ਹੈ। ਤੋ ਸ਼ਬਦ ਇੱਕ ਸੱਚ ਹੈ, ਜਿਹੜਾ ਇਸ ਸੱਚ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ, ਸੁਰਤ ਵਿੱਚ ਟਿਕਾ ਲੈਂਦਾ ਹੈ, ਉਹ ਸੱਚੇ ਦੇ ਘਰ ਵਿੱਚ ਪਹੁੰਚ ਜਾਂਦਾ ਹੈ। ਜਿਵੇਂ ਸੰਸਾਰ ਵਿੱਚ ਵਿਚਰਿਆ ਹੋਇਆ ਆਪਾਂ ਦੇਖੀਏ
ਸੂਰਜ ਦੀ ਦੂਰੀ ਨੂੰ ਆਪਾਂ ਮੀਟਰ ਗਜ ਲੈ ਕੇ ਨਹੀਂ ਨਾਪ ਸਕਦੇ। ਕਦੀ ਸੂਰਜ ਦੀ ਦੂਰੀ ਗਜ਼ਾਂ ਨਾਲ ਨਾਪੀ ਜਾ ਸਕਦੀ ਹੈ? ਸਮੁੰਦਰਾਂ ਦੀ ਗਹਿਰਾਈ ਜਿਹੜੀ ਹੈ ਉਹਦੀ ਕਦੀ ਗਜ਼ਾਂ ਨਾਲ ਨਾਪੀ ਜਾ ਸਕਦੀ ਹੈ? ਇਸੇ ਤਰ੍ਹਾਂ ਹੀ ਸ਼ਬਦ ਨੂੰ ਸਮਝਣ ਲਈ ਬੜੀ ਹੀ ਵਿਵੇਕ ਬੁੱਧ ਦੀ ਲੋੜ ਪੈਂਦੀ ਹੈ। ਉੱਪਰੋਂ ਪੜ੍ਹ ਲੈਣ ਨਾਲ, ਉੱਪਰੋਂ ਸ਼ਬਦ ਕਰਨ ਦੇ ਨਾਲ ਸ਼ਬਦ ਦੀ ਸਮਝ ਨਹੀਂ ਆ ਸਕਦੀ ਜਦ ਤੱਕ ਇਹ ਸ਼ਬਦ ਸਾਡੀ ਸੁਰਤ ਵਿੱਚ ਟਿਕ ਨਹੀਂ ਜਾਂਦਾ। ਇੱਕ ਸੁਰਤ ਦਾ ਕੀ ਹੈ? ਚਿੰਤਨ, ਯਾਦ। ਜਦ ਤੱਕ ਸਾਡੇ ਯਾਦ ਦਾ ਹਿੱਸਾ ਨਹੀਂ ਬਣ ਜਾਂਦਾ ਸ਼ਬਦ, ਉਦੋਂ ਦੇਰ ਤੱਕ ਸਾਡੀ ਗੱਲ ਨਹੀਂ ਬਣਨੀ। ਤੋ ਗੁਰੂ ਪਾਤਸ਼ਾਹ ਜੀ ਨੇ ਜਿਹੜੀ ਇੱਥੇ ਗੱਲ ਕਹੀ, ਉੱਥੇ ਇਹੋ ਹੀ ਗੱਲ ਸਮਝਾਈ ਵੀ ਸ਼ਬਦ ਜਿਹੜਾ ਹੈ ਇਹ ਜੀਵਨ ਸ਼ਬਦ ਨੂੰ ਗ੍ਰਹਿਣ ਕਰਨ ਦਾ ਸਮਾਂ ਹੈ। ਸ਼ਬਦ ਹੀ ਮੇਰਾ ਗੁਰੂ ਹੈ। ਇੱਕ ਵਾਰੀ ਨਹੀਂ, ਗੁਰੂ ਸਾਹਿਬ ਜੀ ਨੇ ਬਾਰ-ਬਾਰ ਬਾਣੀ ਵਿੱਚ ਇਹ ਗੱਲ ਜਿਹੜੀ ਹੈ ਸਾਨੂੰ ਦ੍ਰਿੜ ਕਰਵਾਈ ਹੈ। ਪਰ ਨਾਲੇ ਵੀ ਗੱਲ ਕਹਿ ਦਿੱਤੀ ਵੀ ਕੇਵਲ ਸ਼ਬਦ ਨੂੰ ਬਾਹਰੋਂ ਦੇਖਣ ਦੇ ਨਾਲ ਮਨੁੱਖ ਦਾ ਉਦਾਰ ਨਹੀਂ ਹੋ ਸਕਦਾ। ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿਠੈ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੇ ਵਿਚਾਰ। ਜਦ ਤੱਕ ਸ਼ਬਦ ਦਾ ਵਿਚਾਰ ਸਾਡੇ ਹਿਰਦੇ ਵਿੱਚ ਪੱਕੀ ਨਹੀਂ ਹੁੰਦੀ, ਉਦੋਂ ਤੱਕ ਗੱਲ ਬਣਦੀ ਨਹੀਂ। ਉਹ ਸ਼ਬਦ ਹੈ ਕੀ ਚੀਜ਼? ਕਰਤਾਰ ਦੇ ਘਰ ਦੀਆਂ ਬਾਤਾਂ, ਕਰਤੇ ਦੀਆਂ ਘਰ ਦੀਆਂ ਗੱਲਾਂ ਹਨ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਬਚਨ ਗੁਰੂ ਨਾਨਕ ਦੇਵ ਮਹਾਰਾਜ ਦਾ ਤਲੰਗ ਰਾਗ ਵਿੱਚ ਹੈ। ਕਰਤਾਰ ਦਾ ਹੁਕਮ ਹੈ, ਉਹੀ ਮੈਂ ਬਿਆਨ ਕਰ ਰਿਹਾ। ਹੂੰ ਆਪੂ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਓ ਜੀਓ। ਗੁਰੂ ਰਾਮਦਾਸ ਮਹਾਰਾਜ ਦਾ ਬਚਨ ਹੈ ਵੀ ਜੋ ਹੁਕਮ ਹੈ ਮੈਂ ਉਹੀ ਗੱਲ ਕਰਦਾ। ਸ਼ਬਦ ਮੇਰੇ ਆਪਣੇ ਨਿੱਜੀ ਵਿਚਾਰ ਨਹੀਂ ਹਨ। ਸ਼ਬਦ ਜਿਹੜਾ ਗੁਰੂ ਕੇ ਘਰ ਦੀਆਂ ਬਾਤਾਂ ਹਨ। ਸਤਿਗੁਰ ਕੀ ਬਾਣੀ, ਸਤ ਸਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਇਹ ਕਰਤੇ ਨੇ ਆਪ ਬੋਲ ਦੱਸੇ ਹਨ। ਹਾਂ, ਲੋਕ ਸਮਝਦੇ ਨੇ ਕੋਈ ਗੀਤ ਗਾਉਂਦਾ, ਕੋਈ ਕੁਝ ਗਾਉਂਦਾ, ਪਰ ਸਤਿਗੁਰੂ ਜੀ ਦੀ ਬਾਣੀ ਕਹਿੰਦੀ ਇਹ ਗੀਤ ਨਹੀਂ ਹੈ, ਇਹ ਤਾਂ ਬ੍ਰਹਮ ਦੇ ਘਰ ਦੀਆਂ ਵਿਚਾਰਾਂ ਹਨ। ਤੋ ਸ਼ਬਦ ਕਰਤਾਰ ਦੇ ਘਰ ਦੀਆਂ ਬਾਤਾਂ ਹਨ। ਸ਼ਬਦ ਕਰਤਾਰ ਦੇ ਘਰ ਦੀਆਂ ਬਾਤਾਂ ਹਨ ਜੋ ਸਤਿਗੁਰੂ ਜੀ ਨੂੰ ਉਸ ਪਰਮੇਸ਼ਰ ਦੇ ਨਾਲ ਇੱਕਮਿਕ ਹੋਣ ਤੇ ਪ੍ਰਾਪਤ ਹੋਈਆਂ, ਔਰ ਜਿਹਨੂੰ ਸਤਿਗੁਰੂ ਜੀ ਨੇ ਫਿਰ ਗੁਰੂ ਗਿਆਨ ਨੂੰ ਗੁਰੂ ਦੀ ਗੱਲ ਦਾ ਸੀ ਦਰਜਾ ਦਿੱਤਾ। ਸ਼ਬਦ ਗਿਆਨ ਬਖਸ਼ਦਾ ਹੈ। ਹੁਣ ਇੱਥੇ ਸਤਿਗੁਰੂ ਕਹਿਣ ਲੱਗੇ ਵੀ ਤੁਸੀਂ ਸਵਾਲ ਕੀਤਾ ਸੀ ਮੇਰਾ ਗੁਰੂ ਕੌਣ, ਤੁਹਾਡਾ ਗੁਰੂ ਕੌਣ ਹੈ? ਕਹਿੰਦੇ ਸੀ ਮੇਰਾ ਜਵਾਬ ਹੈ ਮੇਰਾ ਗੁਰੂ ਸ਼ਬਦ ਹੈ। ਕੋਈ ਇਨਸਾਨ ਮਨੁੱਖ ਨਹੀਂ ਹੈ, ਕੋਈ ਦੇਹਧਾਰੀ ਮੇਰਾ ਗੁਰੂ ਨਹੀਂ ਹੈ। ਤੇ ਮੇਰੀ ਸੁਰਤ ਦਾ ਟਿਕਾਓ ਜਿਹੜਾ ਹੈ ਇਹ ਗੁਰੂ ਦਾ ਸਿੱਖ ਹੈ। ਬਸ ਇਹ ਗੱਲ ਸਮਝਣ ਵਾਲੀ ਹੈ। ਹੁਣ ਸਵਾਲ ਇਹ ਪੈਦਾ ਹੋ ਗਿਆ ਵੀ ਸ਼ਬਦ ਦੇ ਨਾਲ ਜਨਮ ਮਰਨ ਕਿਵੇਂ ਕੱਟਿਆ ਜਾਂਦਾ? ਅਗਲਾ ਸਵਾਲ ਖੜਾ ਹੋ ਗਿਆ। ਇਹ ਵੀ ਸਾਨੂੰ ਪਤਾ ਹੈ ਵੀ ਅਸੀਂ ਜਨਮਾਂ ਕਈਆਂ ਚੋਂ ਲੰਘ ਕੇ ਸੰਸਾਰ ਵਿੱਚ ਆਏ ਹਾਂ। ਬਹੁਤ ਵਾਰੀ ਆਪਾਂ ਗੁਰਬਾਣੀ ਪ੍ਰਮਾਣ ਪੜਿਆ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬ੍ਰਿਖ ਜਿਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਰੰਕਾਰ ਇਹ ਦੇਸ਼ ਜਰੀਆ। ਵੀ ਕਈ ਜਨਮਾਂ ਤੋਂ ਲੰਘ ਕੇ ਆਏ। ਜਨਮ ਮਨੁੱਖ ਦੇ ਸੁਭਾਅ ਦੇ ਉੱਤੇ ਹੈ, ਵਿਚਾਰਾਂ ਦੇ ਉੱਤੇ ਹੈ। ਖਿਆਲ ਕਰਨਾ, ਮਨੁੱਖ ਦਾ ਜਨਮ ਮਰਨ ਮਨੁੱਖ ਦੇ ਵਿਚਾਰਾਂ ਦੇ ਉੱਤੇ ਡਿਪੈਂਡ ਕਰਦਾ ਹੈ। ਜਿਹਦੇ ਵਿਚਾਰ ਕਿਹੋ ਜਿਹੇ ਹਨ, ਸੁਭਾਅ ਕਿਹੋ ਜਿਹਾ ਹੈ। ਗੁਰੂ ਦਾ ਸ਼ਬਦ ਮਨੁੱਖ ਦੇ ਵਿਚਾਰਾਂ ਨੂੰ ਬਦਲਦਾ ਹੈ, ਸੁਭਾਅ ਨੂੰ ਬਦਲਦਾ ਹੈ।
ਕਈ ਵਾਰੀ ਇਸ ਭੁਲੇਖਾ ਖਾ ਜਾਂਦੇ ਆ, ਬਾਹਰ ਦੀ ਸ਼ਕਲ ਦੇਖ ਕੇ। ਉਹ ਤਾਂ ਗੁਰੂ ਸਾਹਿਬ ਜੀ ਨੇ ਬੜੇ ਉਦਾਹਰਨਾਂ ਦਿੱਤੀਆਂ ਗੁਰਬਾਣੀ ਵਿੱਚ, ਪਰ ਸੁਭਾਅ ਨਹੀਂ ਬਦਲਿਆ। ਕਹਿੰਦੇ ਨੇ ਹੰਸ ਤੇ ਬਗਲੇ ਦੀ ਉਦਾਹਰਨ ਦਿੱਤੀ, ਕੋਇਲ ਤੇ ਕਾਂ ਦੀ ਉਦਾਹਰਨ ਦਿੱਤੀ, ਭੁੰਡੀ ਤੇ ਭਵਰੇ ਦੀ ਉਦਾਹਰਨ ਦਿੱਤੀ ਗੁਰਬਾਣੀ ਦੇ ਵਿੱਚ। ਹੰਸ ਤੇ ਬਗਲੇ ਦਾ ਕਹਿੰਦੇ ਸ਼ਕਲ ਇੱਕੋ ਜਿਹੀ ਹੈ, ਮਿਲਦੀ ਹੈ, ਉਹ ਵੀ ਚਿੱਟਾ, ਉਹਦਾ ਰੰਗ ਵੀ ਚਿੱਟਾ, ਪਰ ਹੰਸ ਦਾ ਸੁਭਾਅ ਹੋਰ ਹੈ ਤੇ ਬਗਲੇ ਦਾ ਸੁਭਾਅ ਡੱਡੀਆਂ ਚੁਗਣਾ ਹੈ। ਹੰਸ ਦਾ ਸੁਭਾਅ ਹੀਰੇ ਮੋਤੀ ਚੁਗਣਾ ਹੈ। ਹੰਸ ਕੋਤਰਾ ਨਹੀਂ ਖਾਂਦਾ। ਹੰਸ ਲੋਕਾਂ ਨੇ ਭੁਲੇਖਾ ਲੱਗ ਜਾਂਦਾ ਹੈ, ਲੇਕਿਨ ਹੰਸ ਭਾਵੇਂ ਕਿਤੇ ਵੀ ਬੈਠਾ ਹੋਵੇ, ਹੰਸ ਦਾ ਸੁਭਾਅ ਹੈ ਵੀ ਉਹਨੇ ਹੀਰੇ ਮੋਤੀ ਚੁਗਣੇ ਹਨ। ਸ਼ਕਲ ਦੇ ਨਾਲ ਨਹੀਂ, ਸ਼ਬਦ ਵਿਚਾਰ ਬਦਲਦਾ ਹੈ, ਸੁਭਾਅ ਬਦਲਦਾ ਹੈ ਅੰਦਰੋਂ। ਗੁਰਬਾਣੀ ਦੇ ਅਨੇਕਾਂ ਸ਼ਬਦ ਐਸੇ ਮਿਲਦੇ ਨੇ, ਕਹਿੰਦੇ ਹਾਥੀ ਵਰਗਾ ਸੁਭਾਅ ਜਿਹੜਾ ਸੀ ਕੀੜੀ ਵਰਗਾ ਬਣ ਗਿਆ, ਸ਼ੇਰ ਵਰਗਾ ਬੜਕਾ ਮਾਰਨ ਵਾਲਾ ਭੇਡੂ ਵਾਂਗ ਬਣ ਗਿਆ, ਬੱਕਰੀ ਤੋਂ ਸ਼ੀਰ ਡਰਾ ਦਿੱਤਾ, ਭਾਵ ਜਿਹੜੀ ਬੱਕਰੀ ਡਰਦੀ ਸੀ ਸ਼ੇਰ ਡਰਨ ਲੱਗ ਪਿਆ। ਕੀ ਇਹ ਸੁਭਾਅ ਬਦਲ ਗਿਆ। ਜਦੋਂ ਤੱਕ ਸੁਭਾਅ ਨਹੀਂ ਬਦਲਦਾ, ਵਿਚਾਰ ਨਹੀਂ ਬਦਲਦੇ, ਜਨਮ ਮਰਨ ਵੀ ਖਤਮ ਨਹੀਂ ਹੁੰਦਾ। ਕਹਿਣ ਲੱਗੇ ਸਿੱਧੋ, ਤੁਸੀਂ ਇਹ ਬੋਲਿਆ ਨਾ, ਸਵਾਲ ਪੁੱਛਿਆ ਵੀ ਸ਼ਬਦ ਕਿਵੇਂ ਪਾਰ ਲੰਘਾ ਸਕਦਾ ਹੈ। ਮੇਰਾ ਜਵਾਬ ਇਹ ਹੈ, ਸ਼ਬਦ ਇਨਸਾਨ ਦੇ ਸੁਭਾਅ ਨੂੰ ਬਦਲ ਦਿੰਦਾ ਹੈ। ਜਿਸ ਮਨੁੱਖ ਦੇ ਜੀਵਨ ਵਿੱਚ ਸ਼ਬਦ ਆ ਗਿਆ, ਉਹਦਾ ਸੁਭਾਅ ਵੀ ਜਿਹੜਾ ਸੀ ਉਹ ਸ਼ਬਦ ਦੇ ਮੂਲ ਤੱਕ ਪਹੁੰਚਣ ਵਾਲਾ ਬਣ ਗਿਆ। ਫਿਰ ਉਹਦਾ ਜਨਮ ਮਰਨ ਖਤਮ ਹੋ ਗਿਆ। ਜਦੋਂ ਮੂਲ ਵਰਗਾ ਸੁਭਾਅ ਬਣ ਗਿਆ, ਜਿਸ ਨੇ ਸੰਸਾਰ 'ਚ ਭੇਜਿਆ ਸੀ, ਗੁਰੂ ਦੀ ਮੱਤ ਲੈ ਕੇ, ਸ਼ਬਦ ਗੁਰੂ ਨਾਲ ਜੁੜ ਕੇ, ਜਿਵੇਂ ਜਿਵੇਂ ਸ਼ਬਦ ਹਿਰਦੇ ਵਿੱਚ ਵਸਦਾ ਰਿਹਾ, ਇਨਸਾਨ ਦਾ ਸੁਭਾਅ ਬਦਲਦਾ ਗਿਆ ਤੇ ਇਹ ਹੌਲੀ ਹੌਲੀ ਉਹਦੇ ਵਿੱਚ ਲੀਨ ਹੋ ਗਿਆ। ਬਸ ਇਹੋ ਹੀ ਜਨਮ ਮਰਨ ਖਤਮ ਕਰਨਾ ਹੈ। ਜਨਮ ਮਰਨ ਮੁੱਕਦਾ ਹੈ ਸ਼ਬਦ ਦੇ ਨਾਲ। ਸ਼ਬਦ ਸੁਭਾਅ ਬਦਲ ਦਿੰਦਾ ਹੈ, ਵਿਚਾਰ ਬਦਲ ਦਿੰਦਾ ਹੈ, ਸ਼ਬਦ ਅੰਦਰ ਗਿਆਨ ਦਿੰਦਾ ਹੈ। ਕੌੜਾ ਸੁਭਾਅ ਮਿੱਠਾ ਹੋ ਜਾਂਦਾ ਹੈ। ਕੌੜੇ ਬੋਲ ਬੋਲਣ ਵਾਲਾ ਮਿੱਠੇ ਬੋਲ ਬੋਲਣ ਲੱਗ ਪੈਂਦਾ ਹੈ। ਹੰਕਾਰ ਦੀਆਂ ਟੀਸੀਆਂ ਤੇ ਚੜਿਆ ਹੋਇਆ ਨਿਮਰਤਾ ਦੇ ਘਰ ਵਿੱਚ ਆ ਜਾਂਦਾ ਹੈ। ਸੁਭਾਅ ਬਦਲਦਾ ਹੈ। ਜਦ ਤੱਕ ਸਾਡੇ ਸੁਭਾਅ ਵਿੱਚ ਇਹ ਤਬਦੀਲੀ ਨਹੀਂ ਆਈ, ਸਮਝ ਲੈਣਾ ਸ਼ਬਦ ਸਾਡੀ ਸੁਰਤ ਦਾ ਹਿੱਸਾ ਨਹੀਂ ਬਣਿਆ। ਬਾਹਰ ਦੀਆਂ ਗੱਲਾਂ ਹਨ, ਕੇਵਲ ਬਾਹਰ ਮੁਖੀ, ਕੇਵਲ ਆਪਣੇ ਆਪ ਨੂੰ ਹੌਸਲਾ ਦੇਣ ਦੀ ਬਾਤ ਹੈ। ਧੀਰੇ ਦਿੱਤਾ ਜਾ ਰਿਹਾ, ਅਸੀਂ ਸ਼ਬਦ ਪੜ੍ਹਦੇ ਹਾਂ, ਸ਼ਬਦ ਦੀ ਵਿਚਾਰਦੇ ਹਾਂ, ਸ਼ਬਦ ਦੀ ਗੱਲ ਕਰਦੇ ਹਾਂ, ਲੇਕਿਨ ਸੁਭਾਅ ਬਦਲਿਆ। ਕਿ ਸਾਡੇ ਵਿਚਾਰ ਬਦਲ ਗਏ? ਕਿ ਸਾਡੀ ਸ਼ਬਦ ਦੇ ਨਾਲ ਪ੍ਰੀਤ ਬਣ ਗਈ? ਜੋ ਸ਼ਬਦ ਕਹਿੰਦਾ ਅਸੀਂ ਕਮਾ ਲਿਆ? ਗੱਲਾਂ ਵਿਚਾਰਨ ਵਾਲੀਆਂ ਹਨ। तो गुरु साहब कहने लगे बई सिद्धो शब्द ने साडे विचार सुभाव बदल देना है। जिहड़ा सुभाव बड़ा हर वेले कां 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 करदा सी वो कोयल वर्गा मिठा हो गया, जिहड़ा केवल अंब दे रस नूं ही माणदी चूसदी है। और जिहदी आवाज सुन के हर कोई बंदा कहंदा कोयल बोलदी है, ते जे कां होवे ते कहंदे कां कां करी जांदा है। देखो दोनों की तब्दीली की है। रंग तो इक्को जिहा ही है, शक्लां भी मिलदियां ने, लेकिन सुभाਅ ਦੇ ਉੱਤੇ सारी गल खड़ी है। जे सुभाਅ कां कां है तो कहते क्यों एवें कां कां करी जांदा, चुप भी कर। सुभाਅ कां दी बोली बड़ी कुरख्त है, आवाज बड़ी कुरख्त है, और कोयल दी बड़ी मिठी है। शब्द सादा सुभाਅ कोयल वर्गा मिठी बोली वाला कर दिंदा है, अंदर मिठास पैदा करता है, अंदर गुण पैदा करता है, निमरता के घर विच लै आउंदा है। इहो ही है शब्द नाल भवजल तरना। जदों साडे सुभाਅ विच गुरु दा शब्द वस गया, सुरत विच शब्द टिक गया, शब्द नूं असीं गुरु मन लिया,
ਤੇ ਸੁਰਤ ਦਾ ਟਿਕਾਓ ਉਸ ਸ਼ਬਦ ਵਿੱਚ ਕਰ ਲਿਆ। ਜ਼ਰੂਰੀ ਬਾਤ ਹੈ ਕਿ ਸਾਡਾ ਸੁਭਾਅ ਵੀ ਬਦਲ ਜਾਏਗਾ, ਚੇਂਜ ਆਏਗੀ। ਜਿੱਥੇ ਰੋਜ਼ ਕਲੇਸ਼ ਰਹਿੰਦਾ ਸੀ ਉੱਥੇ ਸਹਿਜ ਆ ਜਾਏਗਾ, ਸ਼ਾਂਤੀ ਆ ਜਾਏਗੀ। ਘਰ ਦੇ ਵਿੱਚ ਝਗੜੇ ਕਲੇਸ਼ ਦਾ ਮੂਲ ਕਾਰਨ ਸਾਡੀ ਹਉਮੈ ਹੈ, ਪਰ ਜਦੋਂ ਸ਼ਬਦ ਦਾ ਵਾਸਾ ਹੋ ਜਾਂਦਾ ਹੈ ਉਦੋਂ ਇਨਸਾਨ ਦੀ ਹਉਮੈ ਵੀ ਟੁੱਟ ਜਾਂਦੀ ਹੈ, ਦੀਵਾਰਾਂ ਡਿੱਗ ਜਾਂਦੀਆਂ ਹਨ, ਮੈਂ ਮੇਰੀ ਮੁੱਕ ਜਾਂਦੀ ਹੈ। ਇਹੀ ਕਾਰਨ ਹੈ ਕਿ ਸ਼ਬਦ ਜਿਹੜਾ ਹੈ ਉਹ ਸੰਸਾਰ ਭਵਜਲ ਤੋਂ ਪਾਰ ਕਰ ਦੇਵੇਗਾ। ਜਿਹੜਾ ਸਵਾਲ ਸਿੱਧਾ ਨੇ ਕੱਲ ਪੁੱਛਿਆ, ਗੁਰੂ ਨਾਨਕ ਦੇਵ ਮਹਾਰਾਜ ਨੇ ਅੱਜ ਉਹਦਾ ਜਵਾਬ ਇਸ ਢੰਗ ਨਾਲ ਦਿੱਤਾ ਵੀ ਸ਼ਬਦ ਗੁਰੂ ਕਿਵੇਂ ਹੈ? ਕਿਉਂਕਿ ਸ਼ਬਦ ਨੇ ਸਾਡਾ ਵਿਚਾਰ ਬਦਲਦੇ ਹਨ, ਗਿਆਨ ਦੇਣਾ ਹੈ। तो गुरु पातशाह जी अगे कहते जी, शब्द गुरु सुरत धुन चेला। भी तू निरारा किवें है? संसार च रहिंदा होया भी तू निराला किवें है? किहड़ियां गल्लां बातां ने तैनूं निराला कीता? तो गुरु साहब गुरु नानक साहब कहते, अकथ कथा ले रहूं निराला। अकथ जिहड़ी कथियां नहीं जा सकदियां, ਜਿਹੜੀਆਂ ਇਹ ਇਸ ਜ਼ਬਾਨ ਨਾਲ ਬੋਲ ਕੇ ਦੱਸਿਆ ਨਹੀਂ ਜਾ ਸਕਦੀਆਂ। ਰਹੂ ਸ਼ਬਦ ਪਿਛਲੀ ਪੌੜੀ ਦੇ ਵਿੱਚ ਵੀ ਆਇਆ, ਉੱਥੇ ਇਹਦੇ ਸਪੈਲਿੰਗ ਜਿਹੜੇ ਨੇ ਫਰਕ ਨੇ, ਥੋੜਾ ਜਿਹਾ ਆਪਾਂ ਖਿਆਲ ਨਾਲ ਦੇਖ ਲਈਏ। ਉੱਥੇ ਰਾਰਾ ਹਾਹਾ ਹਾਹਿਰ ਔਂਕੜ ਸੀ, ਉੱਥੇ ਉਹਨਾਂ ਦੇ ਲਈ ਵਰਤਿਆ ਗਿਆ ਵੀ ਕਿੱਦਾਂ ਤੂੰ ਸਿੱਧਾ ਨੇ ਸਵਾਲ ਪੁੱਛਿਆ ਵੀ ਕਿਵੇਂ ਨਿਰਾਲਾ ਰਹਿਣਾ ਹੈ। ਪਰ ਇੱਥੇ ਹੁਣ ਰਾਰਾ ਹਾਹਾ ਊੜੇ ਨੂੰ ਔਂਕੜ ਹੈ, ਇੱਥੇ ਆਪਣੇ ਲਈ ਰਹੂੰ, ਮੈਂ ਰਹਿੰਦਾ ਹਾਂ। ਇਹਨਾਂ ਦੇ ਸਪੈਲਿੰਗ ਵੀ ਫਰਕ ਨੇ ਤੇ ਅਰਥ ਵੀ ਫਰਕ ਹੋ ਜਾਣਗੇ। ਪਿਛਲੀ ਪੌੜੀ ਤੇ ਇਸ ਪਿਛਲੀ ਵਿੱਚੋਂ ਤੀਜੇ ਨੂੰ ਪੁੱਛਿਆ ਜਾ ਰਿਹਾ, ਦੂਜੇ ਬੰਦੇ ਨੂੰ ਪੁੱਛਿਆ ਜਾ ਰਿਹਾ ਵੀ ਤੁਸੀਂ ਕਿਵੇਂ ਰਹਿੰਦੇ ਹੋ, ਤੇ ਜੇ ਅਸੀਂ ਕਹਿੰਦੇ ਜੀ ਮੈਂ ਇੱਥੇ ਇਵੇਂ ਰਹਿੰਦਾ ਹਾਂ, ਦੋਨਾਂ ਦੇ ਸਪੈਲਿੰਗ ਵੀ ਬਦਲ ਗਏ ਤੇ ਅਰਥ ਵੀ ਬਦਲ ਗਏ। ਤੋ ਇੱਥੇ ਸ਼ਬਦ ਹੈ ਰਹੂੰ, ਰਾਰਾ ਹਾਹਾ ਊੜੇ ਨੂੰ ਔਂਕੜ ਦੇ ਨਾਲ, ਮੈਂ ਰਹਿੰਦਾ ਹਾਂ। ਅਕਥ ਕਥਾ ਲੈ ਰਹੂੰ ਨਿਰਾਲਾ। ਭਾਈ ਉਹ ਸਿੱਧੋ, ਮੈਂ ਨਿਰਾਲਾ ਮਾਇਆ ਤੋਂ ਨਿਰਲੇਪ ਕਿਵੇਂ ਆ ਕਿ ਮੈਂ ਉਸ ਅਕਥ ਪ੍ਰਭੂ ਦੀਆਂ ਕਥਾ ਕਹਾਣੀਆਂ ਨਾਲ ਨਿਰਲੇਪ ਹੋ ਗਿਆ ਹਾਂ। ਉਹਦੀਆਂ ਗੱਲਾਂ ਕਰਕੇ, ਉਹਦੀਆਂ ਗੱਲਾਂ ਕਰਕੇ, ਉਹਦੀਆਂ ਵਿਚਾਰਾਂ ਕਰਕੇ, ਕਿਉਂਕਿ ਉਹ ਆਪ ਨਿਰਲੇਪ ਹੈ। ਇਸ ਵਾਸਤੇ ਮੈਂ ਵੀ ਉਹਦੇ ਤੋਂ ਮਾਇਆ ਤੋਂ ਨਿਰਲੇਪ ਹੋ ਗਿਆ ਹਾਂ। ਹੁਣ ਇਹ ਕੱਜਲ ਦੀ ਕੋਠੜੀ ਵਿੱਚ ਮੈਂ ਕਾਲਾ ਹੋ ਕੇ ਨਹੀਂ ਜਾਂਦਾ, ਨਿਰਮਲ ਬਰਨ ਬਣਿਓਰੀ ਵਾਲਾ ਸੁਭਾਅ ਬਣ ਗਿਆ, ਰੰਗ ਚਿੱਟੇ ਦਾ ਚਿੱਟਾ ਹੋ ਗਿਆ, ਨਿਰਲੇਪ ਹੋ ਗਿਆ ਸੰਸਾਰ ਵਿੱਚ, ਮਾਇਆ ਦਾ ਪਸਾਰੇ ਤੋਂ ਉੱਪਰ ਉੱਠ ਗਿਆ। ਇਹ ਨਹੀਂ ਸੰਸਾਰ ਤਿਆਗ ਦਿੱਤਾ ਸਿੱਧੋ, ਸੰਸਾਰ ਵਿੱਚ ਰਹਿੰਦਿਆਂ ਹੋਇਆਂ ਵੀ ਮੈਂ ਇਸ ਮਾਇਆ ਨੂੰ ਕੇਵਲ ਗੁਜਰਾਨ ਸਮਝਿਆ ਹੈ। ਮਾਇਆ ਕੇਵਲ ਗੁਜਰਾਨ ਕਰਕੇ ਵਰਤੀ ਹੈ, ਇਹਦੇ ਦੌਲਤਾਂ ਦੇ ਭੰਡਾਰ ਇਕੱਠੇ ਕਰਨ ਵਾਲਾ ਮੇਰੀ ਰੁਚੀ ਨਹੀਂ ਹੈ। ਨਿਰਲੇਪ ਹੋ ਜਾਣਾ ਕੀ ਹੈ? ਜਿਹੜਾ ਪ੍ਰਭਾਵ ਨਾ ਪਾ ਸਕੇ। ਤੋ ਸਤਿਗੁਰੂ ਕਹਿੰਦੇ ਮੇਰੇ ਕੋਲ ਇੱਕੋ ਹੀ ਹੈ ਵੀ ਮੈਂ ਉਸ ਸ਼ਬਦ ਦੀ ਰਾਹੀਂ ਉਸ ਕਰਤਾਰ ਦੀਆਂ ਗੱਲਾਂ ਕਰਦਾ ਹਾਂ, ਉਸ ਪ੍ਰਭੂ ਦੇ ਗੁਣ ਗਾਉਂਦਾ ਹਾਂ, ਉਹਦੇ ਨਾਲ ਅੰਦਰ ਦੀ ਮੈਲ ਉਤਰਦੀ ਹੈ। ਜਿਵੇਂ ਜਿਵੇਂ ਅੰਦਰ ਦੀ ਮੈਲ ਉਤਰਦੀ ਜਾਂਦੀ ਹੈ, ਤਿਵੇਂ ਤਿਵੇਂ ਮੇਰੀ ਉਹਨਾਂ ਨੇੜਤਾ ਬਣਦੀ ਜਾਂਦੀ ਹੈ, ਤੇ ਜਿਵੇਂ ਜਿਵੇਂ ਮੇਰੀ ਉਹਨਾਂ ਨੇੜਤਾ ਬਣਦੀ ਜਾਂਦੀ ਹੈ, ਤਿਵੇਂ ਤਿਵੇਂ ਮੇਰੀ ਇਸ ਮਾਇਕ ਪਦਾਰਥਾਂ ਤੋਂ ਦੂਰੀ ਬਣਦੀ ਜਾਂਦੀ ਹੈ। ਦੂਰੀ ਦਾ ਮਤਲਬ ਉਹਨਾਂ ਦੀ ਪਕੜ ਮੁੱਕਦੀ ਜਾਂਦੀ ਹੈ, ਉਹਨਾਂ ਦੀ ਪਕੜ ਖਤਮ ਹੁੰਦੀ ਜਾਂਦੀ ਹੈ। ਜਿਹੜਾ ਸੁਭਾਅ ਹਰ ਵੇਲੇ ਮੈਂ ਲੈ ਲਵਾਂ, ਮੈਂ ਲੈ ਲਵਾਂ, ਮੈਂ ਕਰ ਲਵਾਂ, ਉਹ ਸੁਭਾਅ ਹੁਣ ਬਦਲ ਜਾਂਦਾ ਹੈ, ਕਿਉਂਕਿ ਸ਼ਬਦ ਨੇ ਸੁਭਾਅ ਨੂੰ ਬਦਲਣਾ ਹੈ। ਸ਼ਬਦ ਸੁਭਾਅ ਬਦਲ ਦੇਵੇ
ਤਾਂ ਫਿਰ ਮਿਲਾਪ ਵੀ ਉਹਦੇ ਨਾਲ ਹੋ ਜਾਂਦਾ ਹੈ, ਪਰਮੇਸ਼ਰ ਦੇ ਨਾਲ ਹੋ ਜਾਂਦਾ ਹੈ। ਸੰਸਾਰ ਭਵਜਲ ਤੋਂ ਪਾਰ ਵੀ ਕੇਵਲ ਗੁਰੂ का ਸ਼ਬਦ ਹੀ ਕਰ ਸਕਦਾ ਹੈ, ਔਰ ਉਹਦੀ ਕਹਾਣੀ ਕਰਨੀ ਪਏਗੀ। ਅਕਥ ਕਥਾ ਲੈ ਰਹੂੰ ਨਿਰਾਲਾ। तो अकथ का अर्थ लफ्जी अर्थ हो गया ਜਿਹੜਾ ਕਿਥਿਆ ਨਹੀਂ ਜਾ ਸਕਦਾ, ਜਿਹੜਾ ਬਿਆਨ ਨਹੀਂ ਕੀਤਾ ਜਾ ਸਕਦਾ, ਜਿਹਦੇ ਸਰੂਪ ਬਾਰੇ ਅਸੀਂ ਕੁਝ ਦੱਸ ਨਹੀਂ ਸਕਦੇ, ਜਿਹਨੂੰ ਗੁਰੂ ਪਾਤਸ਼ਾਹ ਨੇ ਮੂਲ ਮੰਤਰ ਵੀ ਜਿਹਦੇ ਗੁਣ ਦੱਸੇ, ਜਿਹੜੇ ਕਲਗੀਧਰ ਪਾਤਸ਼ਾਹ ਨੇ ਜਾਪ ਸਾਹਿਬ ਦੇ ਪਹਿਲੇ ਛੰਦ ਵਿੱਚ ਦੱਸੇ, ਉਹਦਾ ਸਰੂਪ ਨੂੰ ਬਿਆਨ ਨਹੀਂ ਕਰ ਸਕਦੇ। ਭਾਵ ਉਹ ਕਥਨੀ ਤੋਂ ਬਾਹਰ ਹੈ। ਜਿੰਨਾ ਮਰਜ਼ੀ ਵੱਡੇ ਬੋਲ ਲਾ ਲਈਏ, ਸਾਰੀ ਦੁਨੀਆ ਦੇ ਜੰਗਲਾਤ ਦੀ ਕਲਮਾ ਬਣਾ ਲਈਏ, ਇਹ ਸਾਰੇ ਸਮੁੰਦਰਾਂ ਦੀ ਸਿਆਹੀ ਬਣਾ ਲਈਏ, ਸਾਰੀ ਧਰਤੀ ਨੂੰ ਕਾਗਜ਼ ਬਣਾ ਲਈਏ ਤੇ ਉਹਨੂੰ ਲਿਖਣਾ ਸ਼ੁਰੂ ਕਰੀਏ, ਤਦ ਵੀ ਅਸੀਂ ਪਰਮੇਸ਼ਰ ਦੀਆਂ ਕਹਾਣੀਆਂ ਲਿਖ ਨਹੀਂ ਸਕਦੇ। ਅਕਥ। ਤੇ ਸਾਹਿਬ ਜੀ ਕਹਿੰਦੇ ਮੇਰੀ ਨਿਰਲੇਪਤਾ ਦਾ ਢੰਗ ਕੇਵਲ ਇੱਕੋ ਹੀ ਹੈ ਕਿ ਮੈਂ ਉਸ ਕਥ ਦੀਆਂ ਗੱਲਾਂ ਕਰਦਾ ਹਾਂ, ਔਰ ਉਹਦੀ ਕਥ ਦੀ ਗੱਲ ਜਿਹੜੀ ਹੈ ਬਿਆਨ ਵੀ ਨਹੀਂ ਕੀਤੀ ਜਾ ਸਕਦੀ। तेरी अकथ कथा कथन न जाई, तो कौन बयान कर सकता है। तब सर्व नाम कथे कवन, कर्म नाम वर्णस सुमत। तेरे सारे गुण कौन कह सकता है, सारे नाम कौन लै सकता है। केवल कुछ कम्मां वल वेख के कर्म नाम लैण दा यतन कीता है। कर्म नाम जिन्ने कम कीते, तू काल रहत है मैं अकाले लिखिया, तू किरपा दा घर मैं किरपाले लिखिया। गुरु पातशाह जी दे बाणी गुण देखो, कितनियां कहानियां परमेश्वर दियां लिखियां। तू रूप रहत है मैं अरूपे लिखिया, तू खूबसूरत है मैं अनूपे लिखिया। पर तेरे कर्मां वल वेख के, तेरी अकथ कथा नूं शब्दां दे विच बयान नहीं कीता जा सकदा। बस केवल तेरे कर्म नाम ही लिख सकते हैं, कह सकते हैं तू आ करता है, तेरा नाम यह है। हे सिद्धो, परमेश्वर दियां कहानियां कह कह के उस अकथ प्रभु दे नाल मेरी नेड़ता हो गई। जदों मेरी अकथ प्रभु दे नाल नेड़ता हो गई तो मैं माया दे इस संसार तो भी निर्लेप हो गया। साहब जी कहते नानक जुग जुग गुर गोपाला। गोपाल का अर्थ है धरती का पालक। गोपाल धरती की पालना करने वाला। जुग जुग का अर्थ है हरेक युग विच। ये नहीं भी इत्थे है तो उत्थे नहीं, इस युग तो अगले युग च नहीं। धरती का पालक परमेश्वर गोपाला। नानक जुग जुग गुर गोपाला। सतगुरु गुरु नानक साहब कहते सिद्धो, ये धरती की पालना करने वाला परमेश्वर गुरु गोपाल ता हरेक युग विच मौजूद है। परमेश्वर जिहड़ा मूल है, मुढ़ है, उसकी बनाई हुई रचना सदीवी नहीं। ये दिसदा होया प्रसारा सदीवी नहीं, लेकिन जगत का मूल जो है वो सदीवी रहने वाला और हरेक युग विच है। बनाने वाला भी वही है, घड़न वाला भी वही है, तोड़न वाला भी वही है, खत्म करने वाला भी वही है, रिजक देने वाला भी वही है, ते लोकां को रिजक लैन वाला भी वही है। गुरु पातशाह जी कहते बई वो जुग जुग च है। नानक जुग जुग गुर गोपाला। एक शब्द जित कथा विचारी। गुरमुख होमै अग्न निवारी। एक शब्द, केवल शब्द ही, एक शब्द केवल एक, दो नहीं, एक शब्द। जित का अर्थ है जिदे राही, जिस राही। एक शब्द जित, जिस शब्द दी राही। कथा विचारी।
ਜੋਗੀਓ ਸਿਰਫ ਸ਼ਬਦ ਹੀ ਹੈ ਜਿਹਦੇ ਨਾਲ ਪਰਮੇਸ਼ਰ ਦੇ ਗੁਣ ਕਹੇ ਜਾ ਸਕਦੇ ਹਨ। ਇਹ ਕੇਵਲ ਸ਼ਬਦ ਹੈ, ਇੱਕ ਸ਼ਬਦ। ਕਿਆ ਡੂੰਘੀ ਵਿਚਾਰਧਾਰਾ ਗੁਰੂ ਪਾਤਸ਼ਾਹ ਨੇ ਚ ਰੱਖੀ ਹੈ। ਕਹਿੰਦੇ ਨੇ ਕੇਵਲ ਇੱਕ ਸ਼ਬਦ ਸ਼ਬਦ ਹੀ ਹੈ ਜਿਹਦੇ ਨਾਲ ਪਰਮੇਸ਼ਰ ਦੇ ਗੁਣ ਵਿਚਾਰੇ ਜਾ ਸਕਦੇ ਹਨ, ਹੋਰ ਕੋਈ ਢੰਗ ਕੋਈ ਤਰੀਕਾ ਨਹੀਂ। ਤਾਈਓ ਤਾਂ ਮੈਂ ਸ਼ਬਦ ਨੂੰ ਗੁਰੂ ਕਿਹਾ, ਕਿਉਂਕਿ ਸ਼ਬਦ ਰਾਹੀਂ ਹੀ ਪਰਮੇਸ਼ਰ ਦੀ ਵਡਿਆਈ ਕੀਤੀ ਜਾ ਸਕਦੀ ਹੈ। ਇਹ ਸ਼ਬਦ ਹੈ ਸਾਡਾ ਜੀਵਨ ਦਾ ਦਾਤਾ, ਸ਼ਬਦ ਹੈ ਸਾਡਾ ਕਰਮ ਦਾ ਦਾਤਾ, ਸ਼ਬਦ ਹੈ ਸਾਡਾ ਸੰਸਾਰ ਭਵਜਲ ਤੋਂ ਪਾਰ ਕਰਨ ਦਾ ਦਾਤਾ। ਇਹ ਸ਼ਬਦ ਹੈ ਸਾਡੀ ਜ਼ਿੰਦਗੀ ਨੂੰ ਸਵਾਰਨ ਵਾਲਾ, ਇਹ ਸ਼ਬਦ ਹੈ ਸਾਨੂੰ ਨਿਰੰਕਾਰ ਤੱਕ ਪਹੁੰਚਾਉਣ ਵਾਲਾ। ਜਿਸ ਨੂੰ ਨਿਰੰਕਾਰ ਨੂੰ ਮਿਲਣਾ ਹੈ ਉਹਨੂੰ ਸ਼ਬਦ ਨਾਲ ਮਿਲਣਾ ਪਵੇਗਾ। ਬਿਨਾਂ ਸ਼ਬਦ ਤੋਂ ਨਿਰੰਕਾਰ ਦੇ ਨਾਲ ਮਿਲਾਪ ਨਹੀਂ ਹੋ ਸਕਦਾ। ਬੋਲ ਹੈ, ਬੋਲਣਾ ਪਏਗਾ। ਨਿਰੰਕਾਰ ਨੂੰ ਮਿਲਣ ਲਈ ਸ਼ਬਦ ਨਾਲ ਪ੍ਰੀਤ ਹੋਣੀ ਬਹੁਤ ਜ਼ਰੂਰੀ ਹੈ। ਗੁਰੂ ਦਾ ਪਾਤਸ਼ਾਹ ਕਹਿਣ ਲੱਗੇ ਬਈ ਕੇਵਲ ਗੁਰੂ ਸ਼ਬਦ ਹੀ ਹੈ ਜਿਸ ਦੀ ਰਾਹੀਂ ਪ੍ਰਭੂ ਦੇ ਗੁਣ ਵਿਚਾਰੇ ਜਾ ਸਕਦੇ ਹਨ। ਇੱਕ ਸ਼ਬਦ ਜਿੱਤ, ਵਿਸਰਾਮ ਜਿਹੜਾ ਹੈ ਇੱਥੇ ਲੱਗੇਗਾ। ਜਿੱਤ ਮਤਲਬ ਜਿਹੜੇ ਸ਼ਬਦ ਨਾਲ ਕਥਾ ਵਿਚਾਰੀ, ਵਿਚਾਰ ਉਸ ਪਰਮੇਸ਼ਰ ਦੀ ਕਥਾ ਕਹਾਣੀ ਤੇ ਵਿਚਾਰ, ਤੇ ਫਿਰ ਹੋਏਗਾ ਕਿ ਗੁਰਮੁਖ ਹਉਮੈ ਅਗਨ ਨਿਵਾਰੀ। ਜਿੰਨਾ ਮਰਜੀ ਮਨੁੱਖ ਸਿਆਣਾ ਹੋਵੇ, ਜਿੰਨਾ ਮਰਜੀ ਗਿਆਨਵਾਨ ਹੋਵੇ, ਪਰ ਜੇ ਸ਼ਬਦ ਨਾਲ ਪ੍ਰੀਤ ਨਹੀਂ ਬਣੀ ਤਾਂ ਉਹਦੇ ਅੰਦਰੋਂ ਹੰਕਾਰ ਦੀਆਂ ਕੰਧਾਂ ਨਹੀਂ ਟੁੱਟ ਸਕਦੀਆਂ। ਜੇ ਸ਼ਬਦ ਨਾਲ ਪ੍ਰੀਤ ਨਹੀਂ ਬਣੀ, ਸ਼ਬਦ ਹੈ ਜਿਹਨੇ ਸਾਡੀ ਅਭਿਮਾਨ ਦੀ, ਹੰਕਾਰ ਦੀ, ਹਉਮੈ ਦੀ ਕੰਧ ਨੂੰ ਤੋੜਨਾ ਹੈ। ਅਖੀਰਲਾ ਸਵਾਲ ਸੀ ਨਾ ਵੀ ਤੁਸੀਂ ਇਹ ਗੱਲ ਕਹਿ ਦਿੱਤੀ ਨਿਰਲੇਪ ਕਿਵੇਂ ਰਹਿਣਾ, ਜਨਮ ਹੈ ਕਦ ਲਈ, ਸਾਨੂੰ ਵੀ ਇਹ ਗੱਲ ਵਿਚਾਰ ਦੀ ਸਮਝਾ ਦੇ ਵੀ ਸ਼ਬਦ ਰਾਹੀਂ ਕਿਵੇਂ ਪਾਰ ਹੋਈਦਾ, ਹਉਮੈ ਦੀ ਦੀਵਾਰ ਕਿਵੇਂ ਡਿੱਗਦੀ ਹੈ। ਹੁਣ ਇੱਥੇ ਸਤਿਗੁਰੂ ਜੀ ਨੇ ਉਹਦਾ ਨਿਰਣਾ ਕਰ ਦਿੱਤਾ ਵੀ ਜਿਹੜਾ ਇਸ ਸ਼ਬਦ ਨਾਲ ਪ੍ਰੀਤ ਪਾ ਲੈਂਦਾ ਹੈ, ਸ਼ਬਦ ਨਾਲ, ਜਿਹੜਾ ਸ਼ਬਦ ਨਾਲ ਆਪਣੇ ਆਪ ਨੂੰ ਮਾਰ ਲੈਂਦਾ ਹੈ, ਆਪਣੇ ਆਪ ਨੂੰ ਮਾਰ ਲੈਣਾ ਹੀ ਸਦ ਜੀਵਨ ਦੀ ਨਿਸ਼ਾਨੀ ਹੈ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਸਦੀਵ ਜੀਵਨ ਕਿੱਥੋਂ ਮਿਲਦਾ ਹੈ? ਇਹ ਸ਼ਬਦ ਤੋਂ। ਬਾਬਾ ਅਮਰਦਾਸ ਦੇ ਜੀਵਨ ਦੀ ਛੋਟੀ ਜਿਹੀ ਕਥਾ ਕਹਾਣੀ ਚੇਤੇ ਆਉਂਦੀ ਹੈ। ਜਦੋਂ ਬੀਬੀ ਅਮਰੋ ਪਾਸੋਂ ਸ਼ਬਦ ਸੁਣਿਆ, ਜਾ ਕੇ ਕਹਿਣ ਲੱਗੇ ਬੀਬਾ ਕਿਸ ਦੀ ਬੋਲ ਬੋਲੇ ਨੇ, ਕਿਹਦੀਆਂ ਗੱਲਾਂ ਕੀਤੀਆਂ ਨੇ, ਬੜੀ ਅੰਦਰ ਨੂੰ ਖਿੱਚ ਪਈ ਹੈ। ਉਹਨਾਂ ਦੇ ਬੋਲ ਸੀ, ਮੈਂ ਅੰਦਰੋਂ ਮਰਿਆ ਹੋਇਆ ਸਾਂ, ਤੇਰੇ ਇਹਨਾਂ ਬੋਲਾਂ ਨੇ ਅੱਜ ਮੈਨੂੰ ਅੰਦਰੋਂ ਜੀਵਨ ਬਖਸ਼ ਦਿੱਤਾ ਹੈ। ਤੇਰੇ ਬੋਲ ਮੇਰੇ ਕੰਨਾਂ ਵਿੱਚ ਪਏ ਤਾਂ ਮੈਨੂੰ ਜੀਵਨ ਬਖਸ਼ ਦਿੱਤਾ ਹੈ। ਦੱਸ ਕਿਹੜੇ ਬੋਲ ਨੇ, ਮੈਂ ਉਹਦੇ ਕੋਲ ਜਾਣਾ ਚਾਹੁੰਦਾ। ਬੀਬੀ ਅਮਰੋ ਨੇ ਦੱਸਿਆ ਔਰ ਬਾਬਾ ਅਮਰਦਾਸ ਖਡੂਰ ਸਾਹਿਬ ਦੀ ਧਰਤੀ ਤੇ ਪਹੁੰਚ ਗਏ ਔਰ ਗੁਰੂ ਅਮਰਦਾਸ ਬਣ ਕੇ ਸ਼ਬਦ ਨੂੰ ਕਮਾਇਆ ਤੇ ਗੁਰੂ ਅਮਰਦਾਸ ਬਣ ਗਏ। ਜੋਤ ਗੁਰੂ ਅਮਰਦਾਸ ਦੇ ਵਿੱਚ ਰੱਖੀ ਗਈ, ਵਿਚਾਰ ਗੁਰੂ ਅਮਰਦਾਸ ਜੀ ਨੂੰ ਦਿੱਤੇ ਗਏ। ਸ਼ਬਦ ਹੈ, ਸ਼ਬਦ ਤਾਂ ਮਰੇ ਹੋਏ ਨੂੰ ਜਿੰਦਾ ਕਰ ਦਿੰਦਾ ਹੈ। ਇਹ ਨਹੀਂ ਵੀ ਉਹਦੇ ਸਰੀਰ ਪ੍ਰਾਣ ਮੁੱਕ ਗਏ ਤੋਂ ਆਤਮਿਕ ਤੌਰ ਤੇ ਮਰੇ ਹੋਏ ਨੂੰ ਆਤਮਿਕ ਜ਼ਿੰਦਗੀ ਬਖਸ਼ਦਾ ਹੈ। ਔਰ ਸ਼ਬਦ ਹੀ ਹੈ ਜਿਹੜਾ ਹਉਮੈ ਦੀ ਅੱਗ ਨੂੰ ਸਾੜ ਦਿੰਦਾ ਹੈ। ਮਨੁੱਖ ਕਿੰਨਾ ਵੀ ਸਿਆਣਾ ਹੋਵੇ, ਪਰ
ਉਹ ਕਦੀ ਹਉਮੈ ਦੀ ਕੰਧ ਨਹੀਂ ਤੋੜ ਸਕਦਾ। ਗੁਰੂ ਨਾਨਕ ਦੇਵ ਮਹਾਰਾਜ ਦਾ ਬਚਨ ਆਉਂਦਾ ਹੈ, ਖਰੀ ਸਿਆਣੀ ਕੰਤ ਨਾ ਭਾਣੀ, ਮਾਇਆ ਲਾਗੀ ਭਰਮ ਭੁਲਾਣੀ। ਫਿਰ ਹੋਇਆ ਕਿ ਹਉਮੈ ਜਾਈ ਤਾਂ ਕੰਤ ਸਮਾਈ, ਤੋ ਕਾਮਨ ਪਿਆਰੇ ਨਵਨਿਧ ਪਾਈ। ਕਾਮਨ ਜੀਵ ਰੂਪੀ ਇਸਤਰੀ, ਨਵਨਿਧ 9 ਖਜ਼ਾਨੇ। ਸ਼ਬਦ ਹਉਮੈ ਦੀ ਅੱਗ ਤੋਂ ਸਾਨੂੰ ਬਚਾ ਲੈਂਦਾ ਹੈ। ਤੇ ਗੁਰੂ ਪਾਤਸ਼ਾਹ ਕਹਿੰਦੇ, ਗੁਰਮੁਖ ਹਉਮੈ ਅਗਨ ਨਿਵਾਰੀ। ਵੀ ਗੁਰੂ ਦੀ ਸ਼ਰਨ ਪਏ ਹੋਏ ਸਿੱਧੋ, ਜਿਹੜਾ ਗੁਰੂ ਦੀ ਸ਼ਰਨ ਪੈ ਕੇ ਸ਼ਬਦ ਨੂੰ ਕਮਾਉਂਦਾ ਹੈ, ਉਹਦੇ ਅੰਦਰੋਂ ਖੁਦਗਰਜੀ ਦੀ ਅੱਗ, ਮੈਂ ਮੇਰੀ ਦੀ ਅੱਗ, ਅਭਿਮਾਨ ਦੀ ਅੱਗ, ਵੱਡੇ ਹੋਣ ਦੀ ਅੱਗ, ਦੁਨੀਆ ਦੇ ਪਦਾਰਥ ਇਕੱਠੇ ਕਰਨ ਦੀ ਅੱਗ, ਗੁਰਮੁਖ ਹਉਮੈ ਅਗਨ ਨਿਵਾਰੀ, ਉਹ ਪਰਮੇਸ਼ਰ ਨੇ ਸ਼ਬਦ ਨਾਲ ਦੂਰ ਕਰ ਦਿੱਤੀ। ਤੋ ਸਿੱਧਾ ਨੂੰ ਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਇਸ ਪੌੜੀ ਵਿੱਚ ਜਵਾਬ ਦਿੱਤੇ ਜੋ ਕੱਲ ਸਵਾਲ ਪੁੱਛੇ ਸੀ ਵੀ ਆਰੰਭ ਸਾਡਾ ਪਵਨ ਤੋਂ ਹੈ, ਪਰ ਮੂਲ ਸਾਡਾ ਪਰਮੇਸ਼ਰ ਹੈ। ਪਰਮੇਸ਼ਰ ਨੇ ਹੀ ਇਸ ਪਵਨ ਨੂੰ ਬਣਾਇਆ ਹੈ। ਪਰਮੇਸ਼ਰ ਹੀ ਸਾਡਾ ਜੀਵਨ ਦਾ ਦਾਤਾ ਹੈ। ਇਹ ਜੀਵਨ ਸਤਿਗੁਰੂ ਦੀ ਮੱਤ ਲੈਣ ਦਾ ਸਮਾਂ ਹੈ, ਔਰ ਸ਼ਬਦ ਗੁਰੂ ਹੈ, ਔਰ ਸੁਰਤ ਵਿੱਚ ਸ਼ਬਦ ਦਾ ਟਿਕਾਓ ਉਹਦਾ ਸਿੱਖ ਬਣਨ ਦਾ ਸਮਾਂ ਹੈ। ਅਕਥ ਦੀਆਂ ਕਹਾਣੀਆਂ, ਪਰਮੇਸ਼ਰ ਦੀਆਂ ਕਹਾਣੀਆਂ, ਮੈਂ ਕਹਿ ਕੇ ਹੀ ਇਸ ਸੰਸਾਰ ਤੋਂ ਨਿਰਾਲਾ ਹਾਂ। ਤਾਂ ਸ਼ਬਦ ਦੇ ਨਾਲ ਹੀ ਹਉਮੈ ਦੀ ਦੀਵਾਰ ਤੋੜੀ ਜਾ ਸਕਦੀ ਹੈ, ਸਾੜੀ ਜਾ ਸਕਦੀ ਹੈ। ਖਿਆਲ ਹੈ ਵੀ ਜਿਹੜੇ ਸਵਾਲ ਸਿੱਧਾ ਨੇ ਪੁੱਛੇ ਇਹ ਕੇਵਲ ਸਿੱਧਾ ਲਈ ਨਹੀਂ ਹਨ। ਜਿੰਨੀ ਕੁ ਲੋੜ ਸਿੱਧਾ ਨੂੰ ਸੀ, ਉਨੀ ਕੁ ਲੋੜ ਅੱਜ ਹਰ ਜਿਹੜੇ ਜਗਿਆਸੂ ਨੂੰ ਇਹਨਾਂ ਸਵਾਲਾਂ ਦੇ ਸਮਝਣ ਦੀ ਹੈ। ਇਸ ਸਿੱਧ ਗੋਸ਼ਟ ਦੀਆਂ ਪਿਛਲੀਆਂ ਪੌੜੀਆਂ ਵਿੱਚ ਗੁਰਮੁਖ ਦੀ ਗੱਲ ਚੱਲਦੀ ਰਹੀ, ਗੁਰਮੁਖ ਬਣਨ ਦੀ ਗੱਲ ਹੋਈ, ਗੁਰਮੁਖ ਅਨੁਸਾਰੀ ਚੱਲਣ ਦੀ ਗੱਲ ਕੀਤੀ। ਗੁਰੂ ਪਾਤਸ਼ਾਹ ਜੀ ਨੇ ਇਹ ਸਮਝਾਇਆ, ਸਾਰੀਆਂ ਗੱਲਾਂ ਸਮਝਾ ਦਿੱਤੀਆਂ। ਹੁਣ ਇਹਨਾਂ ਦੇ ਇਸ ਪੌੜੀਆਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਦੱਸਿਆ ਵੀ ਗੁਰੂ ਤੋਂ ਬਿਨਾਂ ਮਨ ਦਾ ਤਾਕ ਨਹੀਂ ਖੁੱਲਦਾ। ਗੁਰੂ ਸ਼ਬਦ ਹੈ। ਅਗਿਆਨਤਾ ਦਾ ਅੰਧਿਆਰ ਨਹੀਂ ਕੱਟਿਆ ਜਾ ਸਕਦਾ ਜਦ ਤੱਕ ਸ਼ਬਦ ਨਾਲ ਪ੍ਰੀਤ ਨਹੀਂ ਪੈਂਦੀ। ਸੰਸਾਰ ਸਾਗਰ ਤੋਂ ਪਾਰ ਹੋਣ ਦਾ ਭੇਦ ਕੇਵਲ ਗੁਰੂ ਸ਼ਬਦ ਦੱਸਦਾ ਹੈ। 43ਵੀਂ ਪੌੜੀ ਵਿੱਚ ਸਵਾਲ ਜੋ ਕੀਤੇ ਸੀ ਗੁਰੂ ਪਾਤਸ਼ਾਹ ਜੀ ਨੂੰ ਸਿੱਧਾ ਨੇ, 44ਵੀਂ ਪੌੜੀ ਵਿੱਚ ਗੁਰੂ ਪਾਤਸ਼ਾਹ ਨੇ ਉਹਦਾ ਜਵਾਬ ਦਿੱਤਾ ਵੀ ਸਵਾਸ ਜੀਵਨ ਦਾ ਆਰੰਭ ਸਵਾਸਾਂ ਨਾਲ ਹੁੰਦਾ। ਸਵਾਸ ਨਿਕਲਣ ਤੇ ਜਿਹੜਾ ਸਰੀਰ ਹੈ ਢਹਿ ਢੇਰੀ ਬਣ ਜਾਂਦਾ, ਮਿੱਟੀ ਦੀ ਢੇਰੀ ਹੈ। ਇਹ 5 ਤੱਤਾਂ ਦੇ ਵਿੱਚੋਂ ਸਰੀਰ ਬਣਦਾ ਹੈ। ਇਹ ਪ੍ਰਾਣ ਉਹਦੇ ਚ ਜਦ ਤੱਕ ਨਹੀਂ ਪੈਂਦੇ ਸਰੀਰ ਦੀ ਹੋਂਦ ਨਹੀਂ ਹੁੰਦੀ। ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਇਸ ਪਿੱਛੇ ਆਪਾਂ ਵਿਚਾਰ ਚੁੱਕੇ ਹਾਂ। ਔਰ ਗੁਰੂ ਸਾਹਿਬ ਜੀ ਨੇ ਦੱਸਿਆ ਵੀ ਇਹ ਸ਼ਬਦ ਗੁਰੂ ਜਿੱਥੋਂ ਸਾਰਾ ਬ੍ਰਹਿਮੰਡ ਹੋਂਦ ਵਿੱਚ ਆਇਆ, ਬੋਲ ਤੋਂ ਆਇਆ। ਬੋਲ ਤੋਂ ਕਿੱਦਾਂ ਆਇਆ? ਪਵਨ ਤੋਂ ਆਰੰਭ ਕਿੱਦਾਂ ਹੋਈ? ਕੀਤਾ ਪਸਾਓ ਏਕੋ ਕਵਾਓ, ਇੱਕ ਬੋਲ ਬੋਲਿਆ, ਉਹ ਸ਼ਬਦ ਸੀ ਜਿਹੜਾ ਬੋਲ ਬੋਲਿਆ। ਬੋਲਣ ਨੂੰ ਸ਼ਬਦ ਕਹਿੰਦੇ ਨੇ। ਪਰਮੇਸ਼ਰ ਦੇ ਹੁਕਮ ਦੇ ਨਾਲ ਇਸ ਸੰਸਾਰ ਦੀ ਸਿਰਜਣਾ ਹੋ ਗਈ, ਆਕਾਸ਼ ਪਤਾਲ ਬਣ ਗਏ, ਤੇ ਇਹ ਸਾਰੀ ਖੇਡ ਜਿਹੜੀ ਹੈ ਇਹ ਰੱਬੀ ਸ਼ਬਦ ਦੇ ਉੱਤੇ ਹੀ ਖੜੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਵੀ ਕਹਿੰਦੇ ਨੇ ਬਈ ਇਹ ਸ਼ਬਦ ਹੀ ਹੈ। ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ। ਇਹ ਸ਼ਬਦ ਹੀ ਹੈ, ਮੇਰੀ ਜ਼ਿੰਦਗੀ ਦਾ ਆਸਰਾ ਹੈ। ਤਾਂ ਬਹੁਤ ਸਾਰੇ ਅੱਜ ਸਾਡੇ ਅੰਦਰ ਭੁਲੇਖੇ ਹਨ ਇਹ ਸ਼ਬਦ ਸੁਰਤ ਦੀਆਂ ਗੱਲਾਂ ਦੇ ਉੱਤੇ ਵੀ ਕਿਵੇਂ ਹੁੰਦਾ ਹੈ ਜੀ, ਕਿਸ ਤਰ੍ਹਾਂ ਹੋ ਸਕਦਾ ਹੈ। ਗੱਲ ਇਸ ਤਰ੍ਹਾਂ ਜੀ, ਪਹਿਲਾਂ ਜ਼ਬਾਨ ਜੋ ਬੋਲਦੀ ਹੈ, ਜੇ ਪ੍ਰੀਤ ਪੈ ਜਾਏ ਤੇ ਇਹ ਫਿਰ ਹੌਲੀ ਹੌਲੀ ਸਾਡੇ ਅੰਦਰ ਪ੍ਰਵੇਸ਼ ਕਰਦੇ ਹੈ, ਹੌਲੀ ਹੌਲੀ ਟਿਕਦੇ ਨੇ। ਇਕਾਗਰਤਾ ਜੁੜਦੀ ਹੈ, ਸ਼ਬਦ ਸੁਰਤ ਵਿੱਚ ਜੁੜਦਾ, ਸੁਰਤ ਵਿੱਚ ਸ਼ਬਦ ਜੁੜਦਾ, ਉੱਥੇ ਟਿਕਾਣਾ ਬਣਾ ਲੈਂਦਾ। ਤੇ ਜਦੋਂ ਸਾਡੀ ਇਸ ਸੁਰਤ ਵਿੱਚ ਸ਼ਬਦ ਦੀ ਸਪਰਸ਼ਤਾ ਹੁੰਦੀ ਹੈ, ਟਕਰਾਅ ਹੁੰਦਾ ਹੈ, ਤਾਂ ਮਨ, ਸੁਰਤ, ਮਤ, ਬੁੱਧ ਸਭ ਘੜੀਆਂ ਜਾਂਦੀਆਂ ਹਨ, ਜਿਹੜੀਆਂ ਜਪਜੀ ਦੇ ਵਿੱਚ ਖੰਡਾਂ ਦੇ ਵਿੱਚ ਘਾੜਨ ਦੀ ਗੱਲ ਗੁਰੂ ਪਾਤਸ਼ਾਹ ਨੇ ਕੀਤੀ। ਇਹਦਾ ਉਹਨਾਂ ਆਨੰਦ ਹੈ ਜਿਹੜਾ ਆਨੰਦ ਸ਼ਬਦਾਂ ਦੇ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਗੱਲ ਤਾਂ ਸ਼ਬਦ ਤੇ ਸੁਰਤ ਦੇ ਮਿਲਾਪ ਦੀ ਹੈ। ਅਸੀਂ ਅੱਜ ਦੂਰ ਤਾਂ ਹਾਂ,
ਸ਼ਬਦ ਦੇ ਨੂੰ ਸੁਰਤ ਵਿੱਚ ਜੋੜਿਆ ਨਹੀਂ, ਕੇਵਲ ਗੱਲਾਂ ਸ਼ਬਦ ਦੀਆਂ ਕੀਤੀਆਂ ਹਨ। ਸਤਿਗੁਰੂ ਜੀ ਰਹਿਮਤ ਬਖਸ਼ਿਸ਼ ਕਰਨ ਕਿ ਸਾਨੂੰ ਇਹ ਗੱਲਾਂ ਦੇ ਨਾਲ ਨਾਲ ਉਹ ਸ਼ਬਦ ਦੇ ਨਾਲ ਆਪਣੀ ਸੁਰਤ ਜੋੜਨ ਦਾ ਸਮਾਂ ਵੀ ਮਿਲ ਜਾਏ। ਸਮਾਂ ਮਿਲਿਆ ਹੋਇਆ ਉਸ ਸਮੇਂ ਦੀ ਵਰਤੋਂ ਕਰਨ ਦੀ ਅਕਲ ਆ ਜਾਏ, ਬੁੱਧੀ ਆ ਜਾਏ। ਗੁਰੂ ਕੀ ਅਰਦਾਸ ਕਰੀਏ, ਮਹਾਰਾਜ ਜੀਓ, ਜੋ ਅਸੀਂ ਪੜ੍ਹਦੇ ਹਾਂ, ਜੋ ਸੁਣਦੇ ਹਾਂ, ਜੋ ਵਿਚਾਰਦੇ ਹਾਂ, ਕਿਰਪਾ ਕਰਨਾ ਇਹ ਸਾਡੇ ਜੀਵਨ ਦਾ ਇੱਕ ਹਿੱਸਾ ਬਣ ਜਾਏ, ਤਾਂ ਕਿ ਸਾਡਾ ਲੋਕ ਪਰਲੋਕ ਸਹੇਲਾ ਹੋ ਸਕੇ। ਇਹਨੇ ਬਚਨ ਪ੍ਰਵਾਨ ਕਰਨੇ ਜੀ। ਭੁੱਲ ਚੁੱਕ ਦੀ ਖਿਮਾ, ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।